जमदियां उदों उन्हां दा शरीर काफ़ी मोटा हुंदा है। उन्हां दी चर्बी ते उन्हां दा खून ढल के जो बाहर आउंदा थणा दे थ्रू ये दुध है। ਜਦੋਂ ਮਾਂ ਮਰ ਜਾਂਦੀ ਉਹਦੀ ਚਰਬੀ ਖਾ ਸਕਦੇ ਹਾਂ ਫਿਰ ਆਪਾਂ मरण नाल संबंधित नहीं ਆਪਾਂ ਗੱਲ ਕਰਦੇ ਜਿਉਂਦੇ ਨੂੰ ਕੋਈ ਖਾ ਸਕਦਾ ਬੰਦੇ ਦੀ ਜੇ ਦੇਖੋ ਸਰਦਾਰ ਸਾਹਿਬ ਜਿਹੜੀ ਜੈ ਇਹ ਹੁਣ ਤੁਸੀਂ ਯੂਐਨਓ ਦੀ ਰਿਪੋਰਟ ਅੱਛਾ ਯੂਐਨਓ ਨੂੰ ਛੱਡੋ ਗੁਰਬਾਣੀ ਦੇ ਵਿੱਚ ਕੱਢ ਪਾਈ ਉਹ ਆਪਣੇ ਇਹਦੇ ਚ ਜਿਹੜਾ 6 ਪ੍ਰਕਾਰ ਦੀ ਸ੍ਰਿਸ਼ਟੀ ਆ ਫੜੀ ਚਲੋ ਇਹਦਾ ਮੈਂ ਜਵਾਬ ਦਿੰਦਾ ਜੀ ਤੁਹਾਨੂੰ ਜੀ 6 ਪ੍ਰਕਾਰ ਦੀ ਸ੍ਰਿਸ਼ਟੀ ਹੈ ਜਿਹੜੀ ਗੁਰੂ ਸਾਹਿਬ ਨੇ ਬਾਣੀ ਚ ਲਿਖੀ ਹੈ ਉਹਦੇ ਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਦਿਓ ਜੀ ਜਰਾ ਹਾਂ ਇਹਦੇ ਚ ਕਹਿੰਦੇ ਹਾਂ ਇਧਰ ਕੱਢ ਲਓ ਤੁਸੀਂ ਇਹ ਕੱਢੋ ਜੀ 144 ਕੱਢ ਲਓ ਹੁਣ ਤੁਸੀਂ ਇਹ ਪੜ੍ਹ ਕੇ ਸੁਣਾਓ ਇੱਕ ਮਾਂਸਾਹਾਰੀ ਇੱਕ ਤ੍ਰਿਣ ਖਾਏ ਇਹ ਸਾਰੀ ਸਰੋਤਿਆਂ ਨੂੰ ਵੀ ਪੜ੍ਹ ਕੇ ਦਿਖਾ ਦਿਓ ਤੇ ਦਿਓ ਇਹਦਾ ਹਵਾਲਾ ਇੱਕ मांसाहारी एक तृण खाए एक ना छत्ती अमृत पाहे एक मिटिया में मिटिया खाए एक पौन समारी पौन समार एक निरंकारी नाम आधार इत्थे तक 6 प्रकार की सृष्टि का वर्णन गुरु ने कर दिता। ਇਹਦੇ 'ਚ ਇੱਕ ਤ੍ਰਿਣ ਖਾਣ ਵਾਲੇ ਇੱਕ ਅਨਾਜ ਖਾਣ ਵਾਲੇ ਇੱਕ ਮਾंस ਖਾਣ ਵਾਲੇ ਇੱਕ ਪੌਣ ਆਰੀ ਤੇ ਇੱਕ ਨਾਮ ਦੇ ਆਧਾਰ ਤੇ ਰਹਿਣ ਵਾਲੇ ਇਹਦੇ ਬਾਰੇ ਸਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਇਹਨਾਂ ਤੇ ਉੱਤਰ ਲਓ ਜੀ ਦੱਸੋ ਜੀ ਸਵਾਲ ਕੀ ਹੈ ਜੀ 6 ਪ੍ਰਕਾਰ ਦੀ ਸ੍ਰਿਸ਼ਟੀ ਹੈ ਜੀ ਜਿਹੜੀ ਗੁਰੂ ਸਾਹਿਬ ਨੇ ਬਾਣੀ 'ਚ ਲਿਖੀ ਹੈ ਉਹਦੇ 'ਚ ਮਨੁੱਖ ਵਾਸਤੇ ਉਹਨਾਂ ਲਿਖਦਾ ਵੀ ਇਹ ਜਿਹੜਾ 6 ਪ੍ਰਕਾਰ ਦੀ ਸ੍ਰਿਸ਼ਟੀ ਕੁਝ ਜੀ ਮਾਂਸਾਹਾਰੀ ਨੇ ਜੀ ਇਹ ਲਫ਼ਜ਼ ਇੱਕ ਆਇਆ ਇੱਕ ਮਿੰਟ ਸੁਣੋ ਮਾਂਸਾਹਾਰੀ ਇੱਕ ਤ੍ਰਿਣ ਖਾਣ ਵਾਲੇ ਉਹਦੇ 'ਚ ਪਸ਼ੂ ਆ ਗਏ ਮਾਂਸਾਹਾਰੀ ਸ਼ੇਰ ਬਿੱਲੀ ਕੁੱਤਾ ਸਾਰੇ ਆ ਗਏ। दूसरा एक नाल ये भी ध्यान रखना जिन्ने जी मांस खाने वाले उन्हों की उम्र बहुत छोटी होंगी है कुत्ता बिल्ली शेर ये सारे की देखोगे उम्र बहुत ही लंबी नहीं शाकाहारी की उम्र बहुत लंबी होती चलो एक बकरी गल है एक मांसाहारी एक तृण खाए एक ना 36 उम्र तो पाए एक 36 उम्र केड़े आ गए अनाज वो आ गया क्योंकि अन्न नूं एक ये मन्निया अन्न देवता पानी देवता इनू देवता करके भी मन्निया गुरबाणी के अंदर अन्न देवता पानी देवता ਇਹਦਾ ਸੇਵਨ ਕਰਾਂ ਅੰਨੇ ਬਾਜ ਨਾ ਹੋਏ ਇਸ ਗੱਲ ਤਜੇ ਅੰਨ ਨਾ ਮਿਲੇ ਗੋਪਾਲ ਜੀ ਤੇ ਅੰਨ ਦਾ ਤਿਆਗ ਨਹੀਂ ਕਰਦਾ ਮਨੁੱਖ ਨੂੰ ਹਦਾਇਤ ਦਿੱਤੀ ਹੈ ਜੇ ਉਹਦੇ ਵਿੱਚ ਜੀਵਨ ਅਚੇਤ ਅਵਸਥਾ ਦੇ ਵਿੱਚ ਜਿੱਥੇ ਦਾਣੇ ਪੀਸ ਹੁੰਦੇ ਨੇ ਉਹਨੂੰ ਫਲੋਰਮਲ ਕਹਿੰਦੇ ਜਿੱਥੇ ਜੀਵ ਵੱਡ ਹੁੰਦੇ ਨੇ ਉਹਨਾਂ ਨੂੰ ਇਹ ਕਿਉਂ ਕਹਿੰਦੇ ਵੀ ਇਹ ਬੁੱਚੜਖਾਨਾ ਕਿਉਂ ਕਹਿੰਦੇ ਉਹਨਾਂ ਨੂੰ ਲਓ ਜੀ ਮੈਂ ਉਹ ਬੁੱਚੜਖਾਨਾ ਹੈ ਉਹ ਫਲੋਰਮਲ ਹੈ ਹਾਂਜੀ ਅਰਥ ਪੜਦਾ ਜੀ अर्थ की लोड़ नहीं हुण तुसीं अगे तो अर्थ पढ़न की लोड़ नहीं मैं तो सरदार जी ने पूछना चाहना अर्थ तो उन्होंने समझाई दिते है बई एक दा जड़ा ना एक तृणहारी एक मांसाहारी का मतलब तुसीं एक तो बंदा किदां बनाओगे किस तरह जी एक दा मतलब मनुखी जीव किदां करदे हो एक कोई है ਇਹਦਾ मतलब कोई मांस खा रहा है कोई घाह खा रहा है कोई कुछ खा रहा है कोई कुछ खा रहा है 6 प्रकार की सृष्टि का वर्णन है ਵੱਖਰੇ ਵੱਖਰੇ ਦੇ ਆਧਾਰ ਤੇ ਕਿਹੜਾ ਕੀ ਕਰਦਾ ਹੈ ਮਨੁੱਖ ਘਾਹ ਖਾਂਦਾ ਕਦੇ ਮਨੁੱਖ ਘਾਹ ਨਹੀਂ ਖਾਂਦਾ ਜੀ ਪਰ ਇੱਕ ਲਫ਼ਜ਼ ਦਾ ਮਤਲਬ ਤੁਸੀਂ ਮਨੁੱਖ ਕਿੱਦਾਂ ਬਣਾਓਗੇ ਇਹ ਸਰਦਾਰ ਜੀ ਇੱਕ ਦੀ ਕਲਰ ਇਹਦੇ ਨਾਲ ਨਹੀਂ ਇਹ ਤਾਂ ਬਹੁਤ ਅੱਛਾ ਇੱਕ ਮਿੰਟ ਜੀ ਇਹਦੇ ਵਿੱਚ ਵਿਖਿਆਨ ਕੀਤਾ ਗਿਆ ਵਾ ਕਿ ਇੰਨੇ ਤਰ੍ਹਾਂ ਦੇ ਸ੍ਰਿਸ਼ਟੀ ਵਿੱਚ ਜੀਵ ਹਨ ਇਹਦੇ ਚ ਇਹ ਨਹੀਂ ਕਿਤੇ ਵੀ ਕਿਹਾ ਗਿਆ ਕਿ ਹਾਂ ਤੁਸੀਂ 6 ਵਾਰੀ ਇੱਕ ਇੱਕ ਆਇਆ 6 ਵਾਰੀ ਇੱਕ ਇੱਕ ਆਇਆ ਤੇ ਜੇ 6 ਵਾਰੀ ਇੱਕ ਇੱਕ ਆਇਆ ਤੇ ਕੀ 6 ਪ੍ਰਕਾਰ ਦੀ ਸ੍ਰਿਸ਼ਟੀ ਹੈ ਹਾਂ ਗਿਣੋ ਹਾਂ ਜੀ ਕਿਹੜੀ ਹੈ ਇੱਕ ਮਾਂਸਾਹਾਰੀ ਇੱਕ ਤ੍ਰਿਣ ਮਾਂਸਾਹਾਰੀ ਜੀ ਦੇ ਆਪਾਂ ਫਿਰ ਉੱਥੇ ਫਸ ਗਏ ਦੇਖੋ ਆਪਾਂ ਮਾਸ ਤੇ ਗਏ ਆਪਾਂ ਮਾਸ ਦੇ ਹੀ ਆ ਹੁਣ ਇਹ ਜਿਹੜਾ ਮਾਸ ਕਰ ਮੂਠ ਝਗੜੇ ਵਾਲਾ ਉੱਥੇ ਮੈਂ ਤੇ ਕਹਿੰਦਾ ਜੀ ਇਹ ਤੇ ਜਿੱਦਾਂ ਤੁਸੀਂ ਹੁਣ ਬੋਲ ਹੀ ਦਿੱਤਾ ਆਪਾਂ ਉਸ ਅਵਸਥਾ 'ਚ ਇਸ ਵੇਲੇ ਬੈਠੇ ਆ ਜੀ ਮਾਸ ਕਰ ਮੂਠ ਝਗੜੇ ਹਾਂ ਉਹ ਹੁਣ ਇਸ ਵੇਲੇ ਉਹਦੇ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੀ ਇਹ ਕਹਿੰਦਾ ਹੈ ਸਾਰੇ ਜਾਣੇ ਆਪਾਂ ਉਹ ਤੁਸੀਂ ਐ ਕਰੋ ਸਾਧ ਸਾਹਿਬ ਉਸੇ ਸ਼ਲੋਕ ਚੋਂ ਕਿਤੇ ਇੱਕ ਹੁਕਮ ਗੁਰੂ ਵੱਲੋਂ ਸਿੱਖ ਨੂੰ ਮਾਸ ਖਾਣ ਦਾ ਮੈਨੂੰ ਕੱਢ ਕੇ ਦੇ ਦਿਓ ਜਿੱਥੇ ਗੁਰੂ ਨੇ ਇਹ ਕਿਹਾ ਦੇਖੋ ਗੁਰੂ ਨੇ ਹੁਕਮ ਕੀਤਾ ਉੱਠ ਇਸ਼ਨਾਨ ਕਰੋ ਪ੍ਰਭਾਤੇ ਗੁਰੂ ਨੇ ਹੁਕਮ ਕੀਤਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਸੇਵਾ ਕਰਨ ਦਾ ਹੁਕਮ ਬਾਕੀ ਦਇਆ ਕਰਨ ਦਾ ਹੁਕਮ ਪਰ ਇਹ ਦੱਸੋ ਵੀ ਕਿੱਥੇ ਹੁਕਮ ਕੀਤਾ ਵੀ ਸਿੱਖਾ ਤੂੰ ਮਾਸ ਖਾ ਉਸੇ ਸ਼ਬਦ ਚੋਂ ਕੱਢ ਕੇ ਦਿਓਗੇ ਕਿ ਅੱਛਾ ਮੈਂ ਥੋੜਾ ਜਿਹਾ ਜ਼ਰੂਰ ਬੋਲਣਾ ਚਾਹੂੰਗਾ ਕਿਉਂਕਿ ਕਾਫੀ ਲੰਬੀ ਗੱਲਬਾਤ ਹੋ ਗਈ ਹੈ ਤੇ ਅਸੀਂ ਮਤਲਬ ਹਲੇ ਪੁਆਇੰਟ ਜਿਹੜਾ ਡਿਸਕਸ ਕਰਨਾ ਸੀ ਉਹਦੇ ਤੇ ਹਲੇ ਵੀ ਨਹੀਂ ਆਏ ਆ ਗਏ ਜੀ ਹੁਣ ਚਲੋ ਹੁਣ ਉੱਥੇ ਚਲੋ ਜੀ ਇਹ ਜਿਹੜੀ ਚੀਜ਼ ਆ ਇਹ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਨਹੀਂ ਆਉਂਦਾ ਵੀ ਜਿਹੜਾ ਮਾਸ ਖਾਣਾ ਇਹ ਮਤਲਬ ਮਾਸ ਮੈਂ 21 ਪ੍ਰਮਾਣ ਲੈ ਕੇ ਆਇਆ ਸਰਾਜ ਸਾਹਿਬ ਤੁਹਾਡੇ ਵਾਸਤੇ ਨਹੀਂ 21 ਪ੍ਰਮਾਣ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮੈਂ ਪ੍ਰਮਾਣ ਦੇਣੇ ਮੈਨੂੰ ਟਾਈਮ ਦਿਓ ਤਾਂ ਕਿ ਟਾਈਮ ਬਚਾਓ ਪੜ੍ਹ ਕੇ ਸੁਣੋ ਪਰ ਹੁਣ ਤੁਸੀਂ ਇਹ ਪ੍ਰਮਾਣ ਤੁਹਾਡੇ ਕੋਲ ਹੈਗਾ ਜਿਹੜੀ ਮੈਂ ਗੱਲ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਮਾਸ ਮਨੁੱਖ ਖਾ ਸਕਦਾ
ਇਹ ਕਿਤੇ ਮੈਂ ਕਹਿੰਦਾ ਨਹੀਂ ਖਾ ਸਕਦਾ। ਹਾਂ ਬਸ ਠੀਕ ਹੈ, ਠੀਕ ਹੈ। ਨਹੀਂ, ਗੁਰੂ ਗ੍ਰੰਥ ਸਾਹਿਬ 'ਚ ਨਹੀਂ ਲਿਖਿਆ ਕਿ ਮਨੁੱਖ ਮਾਸ ਖਾ ਸਕਦਾ। ਮੈਂ ਨਾਲ ਇਹ ਵੀ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਲਿਖਿਆ ਕਿ ਮਨੁੱਖ ਮਾਸ ਨਾ ਖਾਣਾ। ਆ 21 ਪ੍ਰਮਾਣ ਦੇ ਵਾਸਤੇ ਤੁਹਾਡੀ ਗੱਲ ਦਾ ਉੱਤਰ ਪਰ ਮੈਂ ਪੜ੍ਹ ਕੇ ਸੁਣਾਉਂ, ਬਾਅਦ ਚ ਪਹਿਲਾਂ ਗੱਲ ਪੂਰੀ ਕਰੋ। ਪਰ ਇਹ ਗੁਰੂ ਗ੍ਰੰਥ ਇਹ ਸਾਹਿਬ ਚੀਜ਼ ਅਸੀਂ ਨਹੀਂ ਕਹੀ ਕਿ ਗੁਰੂ ਗ੍ਰੰਥ ਸਾਹਿਬ 'ਚ ਤੁਸੀਂ ਇਹਨਾਂ ਪੰਕਤੀਆਂ ਨੂੰ ਮੁੱਕਰ ਨਹੀਂ ਸਕਦੇ ਵੀ ਇਹ ਗੁਰੂ ਗ੍ਰੰਥ ਸਾਹਿਬ ਦੀਆਂ। ਨਹੀਂ, ਮੈਂ ਨੋਟ ਕਰਕੇ ਲੈ ਕੇ ਇਹ ਠੀਕ ਹੈ। ਇੱਕ ਮਿੰਟ ਸਰਦਾਰ ਮਨਜੀਤ ਸਿੰਘ, ਕੋਰਟ ਦੇ ਡਿਸੀਜਨ ਆਉਂਦੇ ਆ, ਗੱਲ ਇਹ ਹੈ ਨਾ, ਤੁਸੀਂ ਬਾਬਾ ਜੀ ਇੱਕ ਨਹੀਂ, ਤੁਸੀਂ ਕੋਰਟ ਦੇ ਡਿਸੀਜਨ ਆਉਂਦੇ ਹਨ, ਉਹਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਕਹੀ ਹੁੰਦੀ ਕਿ ਤੂੰ ਆ ਨਹੀਂ ਕਰਨਾ। ਉਹਦੇ ਵਿੱਚ ਸਟੇਟਮੈਂਟ ਦਿੱਤੀ ਗਈ ਇਹ ਸਟੇਟਮੈਂਟ ਲੋ ਜਿਹੜੀ ਮੈਂ ਲੈ ਕੇ ਇਹ ਸਟੇਟਮੈਂਟਾਂ ਦਿੱਤੀਆਂ ਤੁਸੀਂ ਉਹ ਗਈਆਂ ਧਿਆਨ ਨਾਲ ਸੁਣੋ, ਮੈਂ ਪੜ੍ਹ ਕੇ ਬਾਬਾ ਜੀ ਇੱਕ ਮਿੰਟ, ਸਟੇਟਮੈਂਟ ਦਿੱਤੀਆਂ ਗਈਆਂ ਹੁੰਦੀਆਂ ਕਿ ਤੂੰ ਆ ਨਹੀਂ ਕਰਨਾ, ਆ ਨਹੀਂ ਕਰਨਾ, ਆ ਨਹੀਂ ਕਰਨਾ। ਕਦੀ ਵੀ ਉਹ ਸਟੇਟਮੈਂਟ ਨੂੰ ਤੁਸੀਂ ਖਿਆਲ ਨਾਲ ਪੜੋ, ਉਹਦਾ ਅੰਤਰੀ ਭਾਵ ਆਪਾਂ ਨੂੰ ਜਾਣਨ ਦੀ ਜ਼ਰੂਰਤ ਮੈਂ ਹੁੰਦੀ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਮੇਰਾ ਖਿਆਲ ਹੈ ਵੀ ਤੁਸੀਂ ਉਹ ਮਿਸ ਕਰ ਗਏ ਆ ਪੁਆਇੰਟ। ਕਿਉਂਕਿ ਜਦੋਂ ਵੀ ਤੁਸੀਂ ਕੋਈ ਡਿਸਕਸ਼ਨ ਕਰਨੀ ਹੈ ਤੁਹਾਨੂੰ ਜ਼ਰੂਰੀ ਹੈ ਕਿ ਤੁਸੀਂ ਕੋਈ ਉਹਦੇ ਮਤਲਬ ਮੇਨ ਪ੍ਰਿੰਸੀਪਲ ਸੈੱਟ ਕਰ ਲਓ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਿੰਸੀਪਲ ਸੈੱਟ ਕੀਤਾ ਸੀ, ਅਸੀਂ ਉਹਦੇ ਤੇ ਨਹੀਂ ਆਏ ਹਲੇ ਤੱਕ। ਪਰ ਅੱਛਾ, ਦੂਜੇ ਪਾਸੇ ਜਿਹੜੀ ਮੈਂ ਗੱਲ ਕਹਿਣੀ ਚਾਹਾਂਗਾ, ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਮਤਲਬ ਸਦੀਵੀ ਸਿਧਾਂਤ ਹੈ ਕਿ ਜਿਹੜਾ ਸਦੀਵੀ ਸੱਚ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਹੈ ਕਿ ਸਦੀਵੀ ਸੱਚ ਹੈ ਤੇ ਅਸੀਂ ਇਹ ਸਾਰੇ ਸਿੱਖ ਮੰਨਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਯੂਨੀਵਰਸਲ ਗਿਆਨ ਹੈ। ਠੀਕ ਹੈ ਜੀ, ਅਸੀਂ ਸਾਰੇ ਇਹ ਗੱਲ ਮੰਨਦੇ। ਫਿਰ ਇਸੇ ਗੱਲ ਤੇ ਰਹੋ। ਆ ਜਿਹੜਾ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਸੁਣਾਇਆ ਆਪ ਜੀ ਨੂੰ, ਹੋਰ ਤਾਂ ਕੋਈ ਸੁਣਾਇਆ ਨਹੀਂ ਕਿਤੋਂ। ਨਹੀਂ, ਇੱਕ ਮਿੰਟ ਜੀ, ਹੁਣ ਮੈਨੂੰ ਗੱਲ ਤੇ ਪੂਰੀ ਖਤਮ ਕਰਨ ਦਿਓ। ਅੱਛਾ, ਜੇ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਮੈਂ ਹੁਣ ਮਾਸ ਤੇ ਆਪਾਂ ਆਉਣ ਲੱਗੇ ਹਾਂ ਜੀ। ਹਾਂਜੀ। ਇਹ ਜਿਹੜੇ ਸ਼ਬਦ ਤੁਸੀਂ ਪਹਿਲਾਂ ਕਹੇ ਇੱਕ ਇਹਨਾਂ ਦਾ ਪ੍ਰਸ਼ਨ ਹੈ ਵਿਚਾਲੇ, ਜੇ ਉਹ ਵਿੱਚ ਹੋ ਜਵੇ ਇੱਕ ਰਹਿ ਜਾਣਾ। ਇਹਨਾਂ ਨੂੰ ਗੱਲ ਨਹੀਂ, ਤੁਸੀਂ ਰਿਪੀਟ ਕਰਿਓ ਜੀ, ਜ਼ਰੂਰ ਕਰਿਓ, ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ। ਹਾਂਜੀ। ਅੱਛਾ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਗਿਆਨ ਆ ਯੂਨੀਵਰਸਲ ਆ, ਯੂਨੀਵਰਸਲ ਦਾ ਮਤਲਬ ਇਹ ਹੋ ਗਿਆ ਕਿ ਧਰਤੀ ਦੇ ਕਿਸੇ ਵੀ ਕੋਨੇ ਤੇ ਇਹ ਲਾਗੂ ਹੁੰਦਾ, ਸਾਰੀ ਜਗ੍ਹਾ ਲੱਗਦਾ। ਹਾਂਜੀ। ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਇਹ ਵੀ ਗੱਲ ਕਹੀ ਹੈ ਵੀ ਧਰਤੀ ਹੋਰ ਪਰੇ ਹੋਰ ਹੈ ਜੀ, ਜਿਹੜੀ ਧਰਤੀ ਕਿਤੇ ਹੋਰ ਵੀ ਹੈਗੀ ਆ ਉੱਥੇ ਵੀ ਲਾਗੂ ਹੁੰਦਾ। ਮਤਲਬ ਮੇਰੀ ਇਹ ਭਾਵਨਾ ਮੰਨਦੀ, ਕਿਉਂਕਿ ਇਹ ਲਾਗੂ ਹੁੰਦਾ ਹੈ, ਇਸ ਦੀ ਵੀ ਸੱਚ ਆ, ਇਹ ਯੂਨੀਵਰਸਲ ਹੈ। ਸੋ ਜੇ ਅਸੀਂ ਐਸੇ ਧਰਤੀ ਦੀ ਗੱਲ ਲੈ ਲਈਏ ਤਾਂ ਜਿਹੜੇ ਐਸਕੀਮੋਜ਼ ਨੇ ਆਪਣਾ ਸਾਈਬੇਰੀਆ ਦੇ ਏਰੀਆ ਦੇ ਵਿੱਚ, ਉੱਥੇ ਕੋਈ ਫਸਲ ਨਹੀਂ ਉੱਗ ਸਕਦੀ। ਉਹ ਸਿਰਫ ਤੇ ਸਿਰਫ ਮਾਸ ਖਾ ਸਕਦੇ ਆ, ਮੱਛੀ ਦਾ ਜਾਂ ਸੀਲ ਦਾ ਜਾਂ ਜਿਹੜਾ ਵੀ ਉੱਥੇ ਉਪਲਬਧ ਆ ਉਹ ਖਾ ਸਕਦੇ ਆ। ਨਾ ਉੱਥੇ ਫੈਕਟਰੀਆਂ ਜਿੱਥੇ ਉਹ ਕੰਮ ਕਰਕੇ ਆਪਣੀ ਕਮਾਈ ਕਰਕੇ ਤੇ ਉਹ ਕਹਿਣ ਪਏ ਅਸੀਂ ਮਤਲਬ ਜਿਹੜਾ ਅੰਨ ਜਿਹੜਾ ਦੂਸਰਾ ਆ ਜਿਹਨੂੰ ਅਸੀਂ ਇਹ ਸੋਚਦੇ ਹਾਂ ਵੀ ਉਹਦੇ ਚ ਜਾਨ ਹੈ ਨਹੀਂ ਗੀ। ਸੋ ਤੁਹਾਡੇ ਆਪਣਾ ਲੰਮਾ ਸਵਾਲ ਹੋ ਰਿਹਾ ਜੀ। ਹਾਂਜੀ, ਕਿਉਂਕਿ ਜੇ ਅਸੀਂ ਮਤਲਬ ਅਲਾਸਕਾ ਵਿੱਚ ਸਬਜ਼ੀਆਂ ਪੈਦਾ ਨਹੀਂ ਹੁੰਦੀਆਂ, ਉੱਥੇ ਮਨੁੱਖ ਕੀ ਖਾਂਦਾ ਹੈ? ਕੱਲੀ ਅਲਾਸਕਾ ਨੇ ਜੀ, ਬਹੁਤ ਦੁਨੀਆ ਦੇ ਵਿੱਚ ਨਹੀਂ ਸਬਜ਼ੀਆਂ ਹੋ ਸਕਦੀਆਂ। ਹਾਂਜੀ, ਇਹ ਗੱਲ ਨੂੰ ਕੋਈ ਮੁਕਰ ਨਹੀਂ ਸਕਦਾ। ਇਹਨਾਂ ਦਾ ਸਿਧਾਂਤ ਹੈ ਵੀ ਮਾਸ ਤੋਂ ਬਿਨਾਂ ਬੰਦਾ ਬਚ ਨਹੀਂ ਸਕਦਾ ਉੱਥੇ। मेरा विश्वास है भी परमेश्वर एडा बेअंत है, विषम पर जीवन को दाता, सैल पत्थर मह जन तो पाए, ता कार्य का आगे करता रहे, मनुख क्यों नहीं देगा? जे मनुख विश्वास नहीं हो जो मर्जी करता फिरे। पाखण कीट गुप्त होए रह चा, ता चो मार्ग नाई, पत्थर च कीड़ा रहिंदा उहदे निकल के बाहर जाके दान खाण नूं कोई जगह नहीं, ना उहनूं कोई बाहरों खुराक दे सकदा। कहे तन्ना पूर्ण ता कोई मात्रे जी डराई, तुसीं क्यों डरदे भी रब नहीं देऊगा? भाई साहब जी दे रहा पैसा भी मैं क्या नहीं देगा ਉੱਥੇ ਪਰਮਾਤਮਾ ਉਹਨਾਂ ਨੂੰ ਦੇ ਰਿਹਾ, ਉਹਨਾਂ ਦੇ ਖਾਣ ਦਾ ਜੋ ਵੀ ਉਹਨਾਂ ਨੇ ਪ੍ਰਬੰਧ ਕੀਤਾ ਹੈ ਤੇ ਉਹਨੇ ਮਾਸ ਦਾ ਭੁੱਖੇ ਨਹੀਂ ਮਰਦੇ। ਨਹੀਂ ਵੀਰ ਜੀ, ਆਪਣਾ ਗੁਰਬਾਣੀ ਭੁੱਖੇ ਨਹੀਂ ਮਰਦੇ। ਮੈਂ ਇਹ ਗੱਲ ਇਸ ਕਰਕੇ ਕੀਤੀ ਹੈ ਕਿਉਂਕਿ ਯੂਨੀਵਰਸਲ ਸਿਧਾਂਤ ਦੀ ਹਾਂਜੀ, ਭਾਂਗ ਦਾ ਮਾਸ ਗਲਤ ਅਰਥ ਕੀਤਾ ਹੈ। ਇਹ ਅਰਥ ਸਰਦਾਰ ਸਾਹਿਬ ਤੁਸੀਂ ਮੇਰੇ ਤੋਂ ਸਵਾਲ ਪੁੱਛਿਆ ਸੀ ਵੀ ਭਾਂਗ ਦਾ ਅਰਥ ਗਲਤ ਕੀਤਾ ਹੈ ਭਾਈ ਗੁਰਦਾਸ। ਇਹ ਫਰੀਦਕੋਟ ਇਹ ਟੀਕੇ ਮੈਂ ਤੁਸੀਂ ਦੇਖੋ ਗੱਲ ਫਰੀਦਕੋਟ ਦਾ ਕੋਈ ਸਾਨੂੰ ਰੈਫਰੈਂਸ ਦੇਣ ਦਿਓ, ਸਾਨੂੰ ਪੂਰਾ ਹੱਕ ਹੈ ਉਹਦੇ ਚ, ਅਸੀਂ ਆਪਣਾ ਸਬੂਤ ਦੇਈਏ। ਪ੍ਰਮਾਣਿਤ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ 60 ਕਥਾ ਕੀਤੀਆਂ, ਸੰਤ ਬਾਬਾ ਅਮੀਰ ਸਿੰਘ ਜੀ। ਆ ਕੱਢੋ ਜੀ ਇੱਥੇ ਭਾਂਗ ਆਪਣੇ ਮਾਛਲੀ ਸੁਰਾਪਾਨ 10ਵੀਂ ਪੋਥੀ ਤੇ ਕਬੀਰ ਸਾਹਿਬ ਜੀ ਦਾ ਸ਼ਲੋਕ ਆ ਕੱਢ ਲਓ ਜਰਾ ਜਲਦੀ ਦੇ ਕੇ, ਤੇ ਤਾਂ ਕਿ ਉਹਦੇ ਬਾਅਦ ਨਾਲ ਹੀ ਫਰੀਦਕੋਟ ਦਾ ਟੀਕਾ ਕੱਢੋ ਤੇ ਭਾਈ ਗੁਰਦਾਸ ਦੀ ਬਾਰ ਕੱਢੋ। ਇਹ ਤਿੰਨੇ ਚੀਜ਼ਾਂ ਕੱਢੋ ਜਿੰਨਾਂ ਚ ਮੈਂ ਗੱਲ ਕਰਾਂ। ਨਾਲ ਮਹਾਨ ਕੋਸ਼ ਵੀ ਕੱਢੋ। ਹਾਂਜੀ, ਮਾਨਕੋਸ਼ ਤੇ ਤੁਸੀਂ ਇੱਥੇ ਤੁਹਾਡੇ ਕੋਲ ਹੈਗਾ ਜੀ, ਤੁਸੀਂ ਐਂ ਕਰੋ ਪਾਏ ਹੋਇਆ ਮੈਂ, ਤੁਸੀਂ ਐਂ ਕਰੋ ਜੀ, ਰਵਿੰਦਰ ਸਿੰਘ ਤੁਸੀਂ ਭਾਈ ਸਾਹਿਬ ਸਿੰਘ ਜੀ ਦਾ ਕੱਢ ਲਓ। ਆ ਲਓ ਜੀ, ਭਾਈ ਸਾਹਿਬ ਸਿੰਘ ਦਾ ਕਿੰਨਾ ਅੰਕ ਜੀ? ਹਾਂਜੀ, ਕਬੀਰ ਭਾਂਗ ਮਛਲੀ ਸੁਰਾ ਪਾਨ ਜੋ ਪ੍ਰਾਨੀ ਖਾਏ। ਕਬੀਰ ਜੀ ਦਾ ਕਥਨ, ਕਬੀਰ ਜੀ ਦਾ ਕਬੀਰ ਜੀ ਕਥਨ ਕਰਦੇ ਨੇ ਕਿ ਜੋ ਜਿਹੜੇ ਪ੍ਰਾਣੀ ਧਾਰੀ ਪੁਰਸ਼ ਭੰਗ ਨੂੰ ਤੇ ਸ਼ਰਾਬ ਨੂੰ ਪੀਂਦੇ ਹਨ ਅਤੇ ਮੱਛੀ ਦੇ ਮਾਸ ਆਦਿ ਨੂੰ ਖਾਂਦੇ ਹਨ, ਅਥਵਾ ਹਾਂਜੀ 1377 ਮੱਛੀ 1377 ਕੱਢੋ ਜੀ। ਤੇ ਤੁਸੀਂ ਮਹਾਨ ਕੋਸ਼ 77 ਤੇ 1233 ਦੋ ਥਾਵਾਂ ਤੇ ਆਉਂਦਾ ਜੀ। 1377 ਕੀ ਆ ਜੀ, ਕੀ ਆਇਆ ਜੀ ਵਿੱਚ ਦੱਸੋਗੇ? ਮਾਛਲੀ, ਹਾਂਜੀ, ਪਾਨ ਮਾਛਲੀ ਸੁਰਾਪਾਨ ਜੋ ਪ੍ਰਾਣੀ ਖਾਏ ਜੀ। ਠੀਕ ਹੈ ਜੀ, ਆ ਲਓ ਜੀ। ਕਬੀਰ
भांग मछली सुरा पान जो जो प्राणी खाए तीर्थ व्रत नेम किए सबे रसातल जाए। ਅਕੜ ਦੇ ਵਿੱਚ ਇੱਥੇ ਦੇ ਪਦਾਰਥਾਂ 'ਚ ਵੇਖ ਲਓ ਜੀ ਭੰਗ ਦਾ ਮਤਲਬ। ਦੇਖੋ ਜੀ ਬਾਤ ਇਹ ਹੈ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਮਾਸ ਖਾਂਦੇ ਸੀ, ਇਹਦੇ 'ਚ ਕੋਈ ਦੋ ਰਾਹ ਨਹੀਂ। ਟੀਕਾ ਕਰਨ ਵਾਲਾ ਗਿਆਨੀ ਗਿਆਨ ਸਿੰਘ ਇਤਿਹਾਸ ਲਿਖਣ ਵਾਲਾ ਫੀਮ ਖਾਂਦਾ ਸੀ, ਉਹਨੇ ਗੁਰੂ ਸਾਹਿਬ ਨੂੰ ਲਿਖ ਦਿੱਤਾ। ਹੁਣ ਤੁਸੀਂ ਉਹਦੀ ਗੱਲ ਸੱਚ ਮੰਨੋਗੇ? ਉਹ ਝੂਠਾ ਜੀ, ਜਿਹੜੀ ਸੱਚ ਹੈ ਇਸੇ ਤਰ੍ਹਾਂ ਅੱਛਾ ਇੱਕ ਹੁਣ ਆ ਰੈਫਰੈਂਸ ਸਾਹਿਬ ਥੋੜਾ ਜਿਹਾ ਮਤਲਬ मैं जे कोई गुस्ताखी नहीं कर रहा, मैं पूछ सकता कि तुम मीट खाते हो? ਮੈਂ ਮੀਟ ਖਾਂਦਾ। ਨਹੀਂ ਇਹ ਪਰਸਨਲ ਆ ਪਰ ਮੇਰਾ ਖਿਆਲ मैं पूछ लिया, वो कहते भी हाँ मैं दस सकता, सो कहते ਮੇਰਾ ਖਿਆਲ ਹੈ ਜਦੋਂ ਆਪਣੀ ਵਿਚਾਰ ਹੋਈ ਸੀ मैं जस्ट पूछ रहा जी। ਦੇਖੋ ਬੇਨਤੀ ਹੈ ਮੈਂ ਆਪਣੇ ਸਰੋਤਿਆਂ ਨੂੰ ਜਿਹੜੇ ਸਾਡੀ ਇੱਥੇ ਗੱਲਬਾਤ ਸਰਦਾਰ ਸਾਹਿਬ ਉਹਨਾਂ ਦੀ ਸੁਣ ਰਹੇ ਨੇ, ਦੂਸਰਾ ਰੈਫਰੈਂਸ ਜਿਹੜਾ ਹੈ ਹਾਂਜੀ। ਉਹ ਪ੍ਰਮਾਣਿਤ ਟੀਕਾ ਜਿਹੜਾ ਸਾਰੇ ਪੰਥ ਨੇ ਮੰਨਿਆ ਤੇ ਆ ਜਿਹੜਾ ਨਹੀਂ ਤੁਸੀਂ ਪੜ੍ਹ ਕੇ ਸੁਣਾ ਦਿਓ ਉਹਨਾਂ ਨੂੰ। लो जी, कबीर भांग मछली सुरा पान जो जो प्राणी खाए। श्री कबीर जी कहते हैं मैं मच्छी आदकों का जो भांग की ये मास भांग की ये मास अगे मास और हाँ जी, आगे आगे चलो सुरा मदरा भाव शराब है। हाँ, इन जो वस्तुओं सेवते को हैं, जो जो हाँ, पुरुष खाते पीते हैं तीर्थ तीर्थ व्रत नेम किए थे सबे रसातल जाए। ਰਸਾਤਲ ਨਾਮ ਨਰਕ ਦਾ ਚਲੋ ਮੁੱਕੀ ਗੱਲ ਇਹ ਆ ਲੋ ਜੀ। ਤੇ ਹੁਣ ਦੇਖੀ ਜੀ ਜਿੰਨਾ ਚਿਰ ਦੂਸਰੇ ਪਾਸੇ ਲੱਭਦੇ ਤੁਸੀਂ ਇੱਥੋਂ ਭੰਗ ਦਾ हाँ जी, हाँ जी, ਇਹਦੇ ਮਹਾਨਕੋਸ਼ ਦਾ हाँ जी, ਇਹਦੇ ਮੁਤਾਬਕ ਭੰਗ ਜਿਹੜੀ ਹੈ ਇਹਨਾਂ ਨੇ ਆਪਣੀ ਗੱਲ ਕਰਨੀ ਇਹਦੇ ਹੈ। ਮੁਤਾਬਕ ਭੰਗ ਦਾ। ਹੁਣ ਮਹਾਨਕੋਸ਼ ਦੇਖ ਲਓ ਜੀ। ਓਕੇ ਜੀ। ਅੱਛਾ ਭਾਗ ਕਿੱਥੇ ਕੱਟ ਲੋ ਜਰਾ, ਟਾਈਮ ਦਾ ਵੀ ਧਿਆਨ ਭਾਂਗ। ਰੱਖੋ ਆਪਾਂ ਜਿਹੜੇ ਆ ਮੈਂ ਪੜ੍ਹਨੇ ਨੇ ਸਾਰੇ। हाँ जी, ਸਪੋਰਟ ਲਿਖਿਆ ਹੈ ਭੰਗਾ ਜੀ ਮਛਲੀ ਕਿਉਂ ਦੀ ਹੈ? ਇੱਕ ਬੂਟੀ ਜਿਸ ਵਿੱਚ ਨਸ਼ਾ ਵੇਖੋ ਭਾਉ ਤੇਰਾ ਭਾਗ। ਕਿੰਨਾ ਬੰਨਾ ਜੀ ਇਹ? हाँ जी, ਕਿੰਨਾ ਬੰਨਾ ਦਾ ਆਪਣੇ ਮਾਨਕੋਸ਼ ਕੁਝ ਪੰਨਾ ਨਹੀਂ ਹੈ हाँ जी, ਇਹਨਾਂ ਨੇ ਲਿਖਿਆ ਨਹੀਂ। ਮੈਂ ਲਿਖਿਆ ਜੀ, ਮੈਂ ਦੱਸਦਾ। ਹਾਂ ਦੱਸੋ ਜੀ ਕਿੰਨਾ ਹੈ ਪੰਨਾ ਇਹ ਤੁਹਾਡਾ ਉੱਥੇ ਨੋਟ ਹੈ ਲੇਕਿਨ ਮਹਾਨਕੋਸ਼ ਦੇ ਵਿੱਚ? ਮਹਾਨਕੋਸ਼ ਮੁਤਾਬਕ ਤੇ ਨਹੀਂ ਕੋਈ ਉਹ ਮੰਨਦੇ ਨਹੀਂ ਗੇ। ਨਹੀਂ ਜੀ ਮਹਾਨਕੋਸ਼ ਨੂੰ ਸਾਰੇ ਮੰਨਣਗੇ। ਪੰਨਾ 911 ਤੇ ਹੈ ਜੀ, ਪੰਨਾ 911 ਜੀ, ਉਹਨਾਂ ਨੇ ਇੱਕੋ ਹੀ ਅਰਜ਼ ਕੀਤਾ। ਚਲੋ ਉਹਨਾਂ ਨੇ ਇੱਕੋ ਹੀ ਕੀਤਾ। ਉਹਨਾਂ ਨੇ ਮਹਾਨਕੋਸ਼ ਤੁਸੀਂ ਚੰਗੀ ਤਰ੍ਹਾਂ ਧਿਆਨ ਨਾਲ ਦੇਖੋਗੇ ਜੀ, ਉਹਨਾਂ ਨੇ ਨਾਲ ਇਹ ਅਰਥ ਦਿੱਤਾ ਹੈ ਕਿ ਸੰਪਰਦਾਇ ਗਿਆਨੀ ਇਸ ਦਾ ਅਰਥ ਮਾਸ ਕਰਦੇ ਹਨ। ਇਹ ਮਹਾਨਕੋਸ਼ 'ਚ ਹੈ। ਅੱਛਾ ਆ ਲਓ ਜੀ, ਹੁਣ ਆਪਾਂ ਇਹ ਸੁਪਰੀਮ ਫੈਸਲਾ ਜਿਹੜਾ ਹੈ ਗੁਰਬਾਣੀ ਦਾ ਹੋਊਗਾ, ਭਾਈ ਗੁਰਦਾਸ ਦਾ ਹੋਊਗਾ। ਆ ਹੁਣ ਮੈਂ ਆਪ ਜੀ ਨੂੰ ਬੇਨਤੀ ਕਰਨ ਲੱਗਾ ਤੇ ਆਸਾ ਤੁਸੀਂ ਜਰਾ ਇਹਦੇ ਅੱਖਰਾਂ ਵੱਲ ਦੇਖੋ। ਮੈਂ ਜਵਾਨੀ हाँ जी, हाँ जी, ਕਿੱਥੇ ਹੈ ਜੀ? ਇਹ ਆ ਲਓ ਜੀ, ਮੈਂ ਜਵਾਨੀ ਬੋਲਦਾ ਤੁਸੀਂ ਤੇ ਜੇਕਰ ਉਦਰੀ ਪੂਤਨਾ ਬਿਓ ਪਿਆਲਣ ਕਾ ਮਨਾ ਚੰਗਾ। ਦੇਖੋ ਜੀ ਠੀਕ ਹੈ ਇਸ ਤਰ੍ਹਾਂ ਜੀ ਜੀ। ਜੇਕਰ ਪੂਤਨਾ ਜਿਹੜੀ ਜਿਹਨੇ ਭਗਵਾਨ ਕ੍ਰਿਸ਼ਨ ਨੂੰ ਮਾਰਿਆ ਜਾਂ ਦੂਜੇ ਤੀਜੇ ਬੱਚਿਆਂ ਨੂੰ ਮਾਰਿਆ, ਹਰ ਹਰ ਕਰ ਪੂਤਨਾ ਦਰੀ ਉਹਦਾ ਜ਼ਿਕਰ। ਇਹ ਕਹਾਣੀ ਹੈ ਇੱਕ ਮਿੰਟ, ਇਹ ਕਹਾਣੀਆਂ ਤੁਸੀਂ ਸੁਣੋ ਤਾਂ ਸਹੀ, ਚੱਲਣ ਦਿਓਗੇ ਤੁਸੀਂ ਹੁਣ ਵਿੱਚ ਨਾ ਬੋਲੋ। ਗਨਕਾ ਉਦਰੀ ਆਖਿਆ ਪਰ ਕਰ ਜਾਏ ਨਾ ਲਈਆ ਪੰਗਾ। ਜੇ ਗਨਕਾ ਉਦਰ ਗਈ ਤਾਂ ਗਨਕਾ ਵਾਲੇ ਕੰਮ ਕੋਈ ਕਰੇ ਇਹ ਚੰਗੀ ਬਾਤ ਨਹੀਂ। ਬਾਲਮੀਕ ਨਿਸਤਾਰੇ ਮਾਰੇ ਬਾਟ ਨਾ ਹੋਏ ਨਿਸੰਗਾ। ਤੇ ਇਸ ਤੋਂ ਅੱਗੇ ਹੁਣ ਚੱਲਦੇ ਨੇ ਕਿ ਬਦਕ ਉਦਰੈ ਆਖੀਆਂ ਫਾਹੀ ਪਾਏ ਨਾ ਫੜੀਆ ਟੰਗਾ। ਬਦਕ ਕੀ ਕਰਦਾ? ਪੰਛੀ ਨੂੰ ਫੜਦਾ ਹੈ, ਪੰਛੀਆਂ ਨੂੰ ਫੜ ਕੇ ਫਿਰ ਉਹਨਾਂ ਦਾ ਮਾਸ ਖਾਂਦਾ ਹੈ। ਭਾਈ ਸਾਹਿਬ ਕਹਿੰਦੇ ਉਹਨਾਂ ਦੀਆਂ ਟੰਗਾਂ ਨਾ ਫੜ, ਇਹ ਕੰਮ ਚੰਗਾ ਨਹੀਂ ਜੇ ਬਦਕ ਉਤਰ ਗਿਆ। ਇਸ ਤੋਂ ਅਗਲੀ ਗੱਲ ਹੈ ਜੇ ਕਾਸਾਈ ਉਦਰਿਆ। ਜੇ ਕਾਸਾਈ ਉਦਰਿਆ ਇਹ ਹੈ ਸਾਧਨੇ ਕਸਾਈ ਦੀ ਬਾਤ, ਜਿਹੜਾ ਬਾਅਦ ਚ ਭਗਤ ਹੋ ਗਿਆ। ਆਪ ਜੀ ਵੀ ਜਾਣਦੇ ਹੋ, ਪੜ੍ਹਦੇ ਰਹੇ। ਜੇ ਕਾਸਾਈ ਉਦਰਿਆ ਜੀਆਂ ਘਾਏ ਨਾ ਖਾਈਏ ਭੰਗਾ। ਇਹਦਾ ਦੱਸੋ ਕੀ ਅਰਥ ਹੈ? ਆ ਭਾਈ ਸਾਹਿਬ ਇੱਥੇ ਕਹਿੰਦੇ ਨੇ ਮਾਸ ਹੈ ਇਹ ਜੇ ਤੂੰ ਮਾਸ ਖਾਏਗਾ ਦੱਸ ਹੁਣ ਤੂੰ ਜੇ ਕਸਾਈ ਉਧਰ ਗਿਆ ਤੂੰ ਨਹੀਂ ਉਧਰ ਸਕੇਗਾ। ਇਸ ਤੋਂ ਅੱਗੇ ਕਹਿੰਦੇ ਨੇ ਪਾਰ ਉਤਾਰਾ ਬਹੁਤਾ ਸੋਨਾ ਲੋ ਨਹੀਂ ਕਰੰਗਾ ਇਤ ਪ੍ਰਵਾਸੇ ਰਹਿਣ ਕੋ ਟੰਗਾ। ਕਿਤੇ ਹੈ ਵਿਸ਼ਵਾਸ ਮਾਸ ਨਾ ਖਾਈ ਜਾਈ। ਇਹ ਜੇ ਮਾਸ ਨੂੰ ਖਾਏਗਾ ਬੜੀ ਬੁਰੀ ਹੋਏਗੀ ਬਾਤ। ਭਾਈ ਗੁਰਦਾਸ ਦਾ ਭਾਈ ਗੁਰਦਾਸ ਦੀ ਲਾਸਟ ਜਿਹੜੀ ਲਾਈਨ ਹੈ ਉਹਦੇ 3 ਜਿਹੜੇ 4 ਅੱਖਰ ਹੈਗੇ, ਇਹ ਉਹਨਾਂ ਦਾ ਆਪਣਾ ਹੈਗਾ। ਬਾਕੀ ਸਾਰੀਆਂ ਕਹਾਣੀਆਂ ਦਿੱਤੀਆਂ, ਉਹਦਾ ਰੈਫਰੈਂਸ ਦਿੱਤਾ ਹੋਇਆ ਹੈ। ਰੈਫਰੈਂਸ ਤਾਂ ਰੈਫਰੈਂਸ ਕਿਉਂ ਦਿੱਤਾ ਜਾਂਦਾ ਜੀ? ਰੈਫਰੈਂਸ ਦੇ ਦਿੱਤਾ ਜਾਂਦਾ ਯਾਰ ਹੁੰਦਾ ਹਾਂ ਕਿ ਕੋਈ ਸੱਚੀ ਹੈ ਜਾਂ ਝੂਠੀ ਹੈ। ਲੋ ਜੀ ਹੁਣ ਇਹ ਜਿਹੜੇ ਨਾ ਮੈਂ ਰੈਫਰੈਂਸ ਹਮੇਸ਼ਾ ਹੀ ਦਿਤਾ ਜਾਂਦਾ ਜਿਹੜਾ ਕਿ ਪਿਛਲੇ ਸਮੇਂ 'ਚ ਹੋਇਆ। ਦੇਖੋ ਇਹ ਜਿਹੜਾ ਭਾਂਗਲਾ ਤੇ ਇਹਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਵਾਰੀ ਆ। ਸੋਤਾ ਜੀ ਆ ਦੇਖੋ ਮੇਰੇ ਸੁਣਨੇ ਪੈਣਗੇ ਤੁਹਾਨੂੰ ਸਮਝ। ਹਾਂਜੀ ਜ਼ਰੂਰ ਤੁਹਾਡੇ ਵਾਸਤੇ ਨੇ, ਪਲੀਜ਼ ਇਹ ਸੁਣ ਕੇ ਜਾਓ। ਨਹੀਂ ਇਹ ਤਾਂ ਦੇਖੋ ਇਹ ਗੱਲ ਦਾ ਮੈਂ ਤਾਂ ਬਹੁਤ ਦੇਰ ਤੋਂ ਵੇਟ ਕਰਦਾ ਕਿ ਮੈਂ ਵੀ ਕੁਝ ਬੋਲੂੰਗਾ ਜੀ। ਨਹੀਂ ਮੈਨੂੰ ਇਹ ਮਹਿਸੂਸ ਹੋ ਰਿਹਾ ਵੀ ਇਸ ਲਈ ਗੱਲ ਲੰਮੀ ਹੋ ਰਹੀ ਵੀ ਇਹ ਸੁਣਾਏ ਨਾ ਜਾਣ, ਇਹ ਸੁਣੇ ਜਾਣ। ਹਾਂਜੀ ਦੱਸੋ ਜੀ। ਅੱਛਾ ਇਹਦੇ ਨਾਲ ਮੈਂ ਸਾਧ ਸਾਹਿਬ ਨੂੰ ਇੱਕ ਛੋਟੀ ਜੀ ਨਾਲ ਮਤਲਬ ਹੋਰ ਬੇਨਤੀ ਕਰਦਾ। ਸਾਧ ਸਾਹਿਬ ਤੁਸੀਂ ਮੇਰੇ ਤੇ ਇੱਕ ਸਵਾਲ ਕਰੋ ਵੀ ਹਰੀ ਸਿੰਘ ਤੇਰਾ ਅੰਮ੍ਰਿਤ ਛਕਿਆ ਹੋਇਆ? ਮੇਰੇ ਤੇ ਸਵਾਲ ਕਰੋ। ਨਹੀਂ ਮੈਨੂੰ ਪੁੱਛਣ ਦੀ ਲੋੜ ਨਹੀਂ। ਮੈਂ ਤੁਹਾਡੇ ਤੇ ਕਰਦਾ ਵੀ ਤੁਹਾਡਾ ਅੰਮ੍ਰਿਤ ਛਕਿਆ ਹੋਇਆ? ਮੈਨੂੰ ਦੱਸਣ ਦੀ ਵੀ ਲੋੜ ਨਹੀਂ ਹੈ। ਦੱਸਣ ਦੀ ਲੋੜ ਨਹੀਂ? ਨਹੀਂ। ਕਿਉਂ?
ਕਿਉਂ ਸੰਕੋਚ? ਕੋਈ ਦੋ ਨੰਬਰ ਦੀ ਗੱਲ ਹੈ? ਨਹੀਂ ਗੁਰਮਤ ਦੀ ਗੱਲ ਹੈ। ਗੁਰਮਤ ਦੀ ਗੱਲ ਸਾਡਾ ਵਿਸ਼ਾ ਅਸੀਂ ਤੁਸੀਂ ਸਾਰਾ ਹੀ ਮਾਸ ਤੋਂ ਪਾਸੇ ਲੈ ਗਏ ਆ ਸਾਡਾ। ਅਸੀਂ ਮਾਸ ਤੋਂ ਮਾਸ ਦੀ ਪਾਸੇ ਗੱਲ ਆਈ। ਮੇਰਾ ਇਹਦੇ ਨਾਲ ਦੇਖੋ ਸੰਬੰਧ ਹੈ। ਤੁਸੀਂ ਹਾਂ ਜਾਂ ਨਾ ਦਾ ਉੱਤਰ ਦਿਓ ਇਸ ਗੱਲ ਦਾ। ਤੁਸੀਂ ਮੇਰੇ ਤੋਂ ਉੱਤਰ ਮੰਗੇ, ਮੈਂ ਦੇ ਰਿਹਾ ਉੱਤਰ, ਤੁਸੀਂ ਕਿਉਂ ਨਹੀਂ ਦੇ ਰਹੇ? ਮੈਂ ਜ਼ਰੂਰ ਇੱਕ ਮਿੰਟ, ਮਨਜੀਤ ਸਿੰਘ ਜੀ ਦੇ ਸਵਾਲ ਇਹਨਾਂ ਦੇ ਭਾਈ ਸਾਹਿਬ ਜੀ, ਨਹੀਂ ਠੀਕ ਹੈ ਜਦੋਂ ਤੁਸੀਂ ਸਾਰੇ ਉੱਤਰ ਮੰਗੇ, ਮੈਂ 9 ਸਵਾਲਾਂ ਦਾ ਉੱਤਰ ਦਿੱਤਾ, ਤੁਸੀਂ ਕਿਉਂ ਸੰਕੋਚ ਕਰਦੇ ਹੋ? ਭਾਈ ਸਾਹਿਬ ਜੀ ਪਰਸਨਲ ਇੱਕ ਮਿੰਟ ਜੀ, ਪਰਸਨਲ ਸਰਦਾਰ ਮਨਜੀਤ ਸਿੰਘ ਜੀ ਦੇਖੋ ਮੇਰੀ ਬਾਬਾ ਜੀ ਇੱਕ ਮਿੰਟ ਦੇਖੋ ਤੁਸੀਂ ਬਾਬਾ ਨਹੀਂ ਅਪਰਾਧ ਇਹਨਾਂ ਨੂੰ ਨਹੀਂ ਮਿਲ ਸਕਦਾ। ਮੈਂ ਇਹ ਕੌਮੀ ਮਸਲਾ ਇਹਦਾ ਇਹ ਭਾਵ ਨਹੀਂ ਕਿ ਇੱਕ ਬੰਦਾ ਖੜਾ ਹੋ ਕੇ ਸਵਾਲ ਕਰ ਇਹ ਨਹੀਂ ਗੱਲ, ਸਵਾਲ ਦੇ ਉੱਤਰ ਦਿਓ। ਮੇਰਾ ਇਹ ਵੀ ਸਵਾਲ ਨਹੀਂ ਬਰਦਾਸ਼ਤ। ਇੱਕ ਮਿੰਟ ਬਾਬਾ ਜੀ, ਗੁਰਮਿੰਦਰ ਸਿੰਘ ਜੀ ਇਹ ਗੱਲ ਸਰਦਾਰ ਮਨਜੀਤ ਸਿੰਘ ਸੀ, ਇੱਕ ਮਿੰਟ ਆਪਾਂ ਵਿਚਾਰ ਕੀਤੀ ਸੀ ਕਿ ਆਪਾਂ ਪਰਸਨਲ ਹਾਂਜੀ ਇਹ ਆਪਾਂ ਬਿਲਕੁਲ ਨਹੀਂ ਬਣਾਉਣੀ, ਇਹ ਬਿਲਕੁਲ ਠੀਕ ਆ। ਪਰ ਇਹਨਾਂ ਦੇ ਕੋਲ ਜਾਂ ਤੁਹਾਡੇ ਕੋਲ ਕੀ ਹੱਕ ਆ ਕਿ ਤੁਸੀਂ ਇੱਕ ਗੁਰੂ ਗ੍ਰੰਥ ਸਾਹਿਬ ਪ੍ਰਤੀ ਇੰਨੇ ਸਵਾਲ ਕਰੋ? ਤੁਹਾਡੇ ਕੋਲ ਕੀ ਹੱਕ ਆ ਜੀ? ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਤਾਂ ਅਸੀਂ ਸਵਾਲ ਨਹੀਂ ਕੀਤੇ। ਅਸੀਂ ਸਵਾਲ ਇਹ ਕੀਤੇ ਨੇ, ਉਹੀ ਗੱਲ ਆ ਜੀ, ਤੁਹਾਡੇ ਕੋਲ ਕੀ ਹੱਕ ਆ ਜੀ? ਤੁਸੀਂ ਜਦੋਂ ਕੋਈ ਟੀਵੀ ਤੇ ਰੇਡੀਓ ਤੇ ਆਉਂਦਾ ਹੈ, ਤੁਸੀਂ ਨਿਊਜ਼ ਪੇਪਰਾਂ ਦੇ ਵਿੱਚ ਸਵਾਲ ਕਰਦੇ ਹੋ, ਤੁਹਾਡੇ ਕੋਲ ਕੀ ਹੱਕ ਆ ਜੀ? ਜਦੋਂ ਤੁਸੀਂ ਆਪਣਾ ਹੱਕ ਕਿਸੇ ਨੂੰ ਨਹੀਂ ਦੇਣ ਦੇ ਸਵਾਲ ਪੁੱਛਣ ਦਾ, ਤੁਹਾਡੇ ਕੋਲ ਕੀ ਹੱਕ ਆ ਕਿ ਤੁਸੀਂ ਕਿਸੇ ਕੋਲੋਂ ਸਵਾਲ ਕਰੋ? ਰਵਿੰਦਰ ਸਿੰਘ ਜੀ ਤੁਸੀਂ ਡਿਫੈਂਡ ਕਰ ਰਹੇ ਹੋ। ਨਹੀਂ ਜੀ, ਭਾਈ ਸਾਹਿਬ ਡਿਫੈਂਡ ਕਿੱਦਾਂ ਕਰ ਰਹੇ? ਕਿਉਂਕਿ ਉਹ ਖੁਦ ਸਵਾਲ ਦਾ ਉੱਤਰ ਦੇਣ ਦੀ ਯਾਦ ਖੁਦ ਇਹਨਾਂ ਨੌਲੇਜੇਬਲ ਆ, ਖੁਦ ਸਵਾਲ ਦਾ ਉੱਤਰ ਦੇਣ। ਨਹੀਂ ਤੁਸੀਂ ਡਿਫੈਂਡ ਕਰ ਰਹੇ ਹੋ ਉਹਨਾਂ ਨੂੰ, ਨਹੀਂ ਖੁਦ ਨੌਲੇਜੇਬਲ ਨੇ, ਪਰ ਇਹ ਸਵਾਲ ਸਾਰੇ ਜਵਾਬ ਦੇ ਸਕਦੇ। ਸਰਦਾਰ ਮਨਜੀਤ ਸਿੰਘ ਜੀ ਬਾਬਾ ਜੀ ਇੱਕ ਮਿੰਟ, ਜਦੋਂ ਸਵਾਲ ਕਰੀਦਾ ਨਾ ਜੀ ਫਿਰ ਉਹਦਾ ਉੱਤਰ ਵੀ ਦੇਈਦਾ ਹੈ। ਇਹ ਨਹੀਂ ਕਿਤੇ ਵੀ ਅਸੂਲ ਹੁੰਦੇ ਕਿ ਤੁਸੀਂ ਸਵਾਲ ਕਰੀ ਜਾਓ ਜੀ, ਸਵਾਲ ਕਰੀ ਜਾਓ। ਪਹਿਲੀ ਤਾਂ ਗੱਲ ਇਹ ਤਾਂ ਮਸਲਾ ਲੈ ਕੇ ਆਏ ਆ ਕਿਉਂਕਿ ਬਹੁਤ ਸਾਰਿਆਂ ਦਾ ਮਸਲਾ ਸੀਗਾ। ਅਸੀਂ ਇਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ, ਅਸੀਂ ਸਾਰੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ। ਤੁਸੀਂ ਨਹੀਂ ਦੇ ਰਹੇ, ਤੁਸੀਂ ਨਹੀਂ ਦੇ ਰਹੇ ਭਾਈ ਸਾਹਿਬ। ਮਤਲਬ ਕਿ ਜੋ ਕੁਝ ਪ੍ਰੋਗਰਾਮ ਆਪਾਂ ਸਾਰੇ ਮੇਰਾ ਇਹਦੇ ਵਿੱਚ ਮੇਰਾ ਨਹੀਂਗਾ। ਇਹਨਾਂ ਕੋਲ ਕੀ ਅਥਾਰਟੀ ਆ ਕਿ ਹਰ ਵਾਰੀ ਕਿੰਤੂ ਪ੍ਰੰਤੂ ਕਰਕੇ ਸਵਾਲ ਕਰਨ? ਇਹਨਾਂ ਕੋਲ ਕੋਈ ਅਥਾਰਟੀ ਹੈ ਜੀ? ਮੇਰਾ ਖਿਆਲ ਹਰ ਸਿੱਖ ਕੋਲ ਅਥਾਰਟੀ ਹੈ। ਫਿਰ ਮੈਂ ਵੀ ਸਿੱਖ ਹਾਂ। ਇਹਨਾਂ ਤੁਹਾਡੇ ਕੋਲ ਹੈ ਵੀ ਫਿਰ ਨਹੀਂ, ਤੁਹਾਡੀ ਗੱਲ ਠੀਕ ਹੈ। ਇਹ ਆਪਣੇ ਉੱਤਰ ਤੇ ਮਨਜੀਤ ਸਿੰਘ ਜੀ ਉਹਨਾਂ ਦੀ ਵਕਾਲਤ ਕਰਦੇ ਹੋ। ਨਹੀਂ ਮੈਂ ਇਹਨਾਂ ਦੀ ਵਕਾਲਤ ਨਹੀਂ ਕਰਦਾ। ਇਹ ਪੜ੍ਹੇ ਮੇਰੀ ਰਵਿੰਦਰ ਸਿੰਘ ਤੁਹਾਡੇ ਨਾਲੋਂ ਮੈਨੂੰ ਲੱਗਦਾ ਜ਼ਿਆਦਾ ਪੜ੍ਹੇ ਨੇ। ਨਹੀਂ ਇਹ ਪੜ੍ਹੇ ਲਿਖੇ ਨਹੀਂ ਪੜ੍ਹਾਈ ਦੀ ਚਲੋ ਛੱਡੋ, ਤੁਸੀਂ ਇਹ ਵੀ ਪਰਸਨਲ ਹੋ ਜਾਂਦੀ ਹੈ। ਅੱਛਾ ਫਿਰ ਤੁਸੀਂ ਉੱਤਰ ਦੇਣਾ, ਇਹ ਨਹੀਂ ਆਪਣੀ ਜ਼ਬਾਨ ਨਾਲ। ਮੈਂ ਉੱਤਰ ਨਹੀਂ ਇਹੀ ਦਊਂਗਾ, ਇਹੀ ਦੇ ਦੂਗੇ, ਮੈਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਮੇਰੀ ਇਹ ਦੱਸਣਾ ਪਊਗਾ। ਦੇਖੋ ਇਹ ਦੱਸ ਦੂਗੇ, ਮੇਰਾ ਉਹਦੇ ਨਾਲ ਸੰਬੰਧ ਹੈ ਗੁਰੂ ਹਾਂ ਭਾਈ ਸਾਹਿਬ ਜੀ। ਮੈਨੂੰ ਤੇ ਮੇਰੀ ਸਿਰਫ ਤੇ ਸਿਰਫ ਰਵਿੰਦਰ ਨਾਲ ਇਹ ਗੱਲ ਹੋਈ ਸੀ ਵੀ ਆਪਾਂ ਪਰਸਨਲ ਗੱਲਾਂ ਨਹੀਂ ਇਹਦੇ ਵਿੱਚ ਲਿਆਉਣੀਆਂ। ਇਹ ਪਰਸਨਲ ਗੱਲਾਂ ਇਹਦੇ ਚ ਕਿੰਨੀਆਂ ਆ ਗਈਆਂ ਜੀ? ਇਹਦੇ ਚ ਕਿੰਨਾ ਕੁਝ ਹੈ? ਕਿੰਨਾ ਕੁਝ ਆ ਗਿਆ ਜੋ ਕੁਝ? ਦੇਖੋ ਇੱਕ ਮਿੰਟ ਬਾਬਾ ਜੀ, ਜਿਹੜੇ ਮੀਟ ਖਾਂਦੇ ਹਨ ਇਹ ਤੇ ਬਿਲਕੁਲ ਉਹਨਾਂ ਨੂੰ ਉਤਸ਼ਾਹ ਮਿਲ ਰਿਹਾ ਜੀ, ਤੇ ਜਿਹੜੇ ਨਹੀਂ ਖਾਂਦੇ ਉਹ ਕਹਿ ਰਹੇ ਵੀ ਅਸੀਂ ਕਿਉਂ ਨਹੀਂ ਖਾ ਰਹੇ, ਅਸੀਂ ਵੀ ਖਾ ਸਕਦੇ। ਇਹ ਵੀ ਤੇ ਪਰਸਨਲ ਲੋਕਾਂ ਦੀ ਲਾਈਫ ਵੜਿਆ ਜਾ ਰਿਹਾ ਹੈ। ਮੈਂ ਤਾਂ ਉਲਟਾ ਸਟੇਟਮੈਂਟ ਦਿੰਦਾ ਕਿ ਜਿਹੜੇ ਨਹੀਂ ਖਾਂਦੇ ਉਹਨਾਂ ਨੂੰ ਉਤਸ਼ਾਹ ਮਿਲ ਰਿਹਾ ਵੀ ਹਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਹੈਗਾ। ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਕੋਈ ਨਹੀਂਗਾ ਜੀ, ਇਹ ਆਪਣਾ ਮਸਲਾ, ਆਪਣੀ ਬੁੱਧੀ ਦਾ ਮਸਲਾ ਵਾ। ਨਹੀਂ ਭਾਈ ਸਾਹਿਬ ਜੀ ਨੇ ਇਹ ਗੱਲ ਕਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਨਜੀਤ ਸਿੰਘ ਜੀ ਗੱਲ ਲੰਮੀ ਕਰਕੇ ਮੇਰੇ ਸਵਾਲ ਨੂੰ ਜਿਹੜਾ ਨਾ ਉਹ ਹੁਣ ਮਿੰਟ 5 ਰਹਿੰਦੇ ਨੇ, ਮੈਂ ਪੜ੍ਹ ਕੇ ਸੁਣਾਉਣਾ। ਇਹਦਾ ਕੀ ਬਣੂਗਾ ਜਿਹਨਾਂ ਨੂੰ ਸੁਣਨੇ ਨਹੀਂ ਚਾਹੁੰਦੇ ਤੁਸੀਂ? ਹਾਂਜੀ ਸੁਣਾਓ ਜੀ ਬਾਬਾ ਜੀ। ਤੁਹਾਡੇ ਸਵਾਲ ਸਾਰੇ ਸੁਣਨੇ ਚਾਹੁੰਦੇ ਆ ਜੀ। ਅੱਛਾ ਜੀ ਆ ਲਓ ਜੀ, ਦੱਸਿਆ ਜੀ। ਹੁਣ ਤੁਸੀਂ ਇਹਦੇ ਵਿੱਚ ਬੋਲਣਾ ਨਹੀਂ, ਹੁਣ ਬਿਲਕੁਲ ਨਹੀਂ ਬੋਲਾਂਗੇ। ਹਰ ਪਿੱਛੇ ਤੇ ਉਹ ਜ਼ਰੂਰ ਉੱਤਰ ਦੇ ਕੇ ਜਾ ਵੀ ਅੰਮ੍ਰਿਤ ਛਕਿਆ ਤੁਸੀਂ ਜਾਂ ਨਹੀਂ ਦਿਆ। ਮੈਂ ਉਹਦੇ ਬਾਰੇ ਰਾਜ ਮੈਂ ਅੰਮ੍ਰਿਤ ਨਹੀਂ ਛਕਿਆ ਜੀ। ਨਹੀਂ ਛਕਿਆ, ਮੈਂ ਨਹੀਂ ਛਕਿਆ। ਅੱਛਾ ਜੀ। ਹੁਣ ਆਪਣੇ ਸਿੱਖ ਧਰਮ ਦੇ ਵਿੱਚ ਸਿੱਖ ਬਣਾਇਆ ਜਾਂਦਾ ਹੈ ਅੰਮ੍ਰਿਤ ਛਕਾਉਣ ਤੋਂ ਬਾਅਦ। ਇਹਦੇ ਵਿੱਚ ਹੁਣ ਮੈਂ ਪੰਕਤੀ ਪੜ੍ਹਨੀ ਹੈ, ਮੈਂ ਅਰਥ ਨਹੀਂ ਕਰਨੇ। ਜਿਉਂ ਨਿਗੋਰਾ ਬਹੁ ਬਾਤਾਂ ਜਾਣਾ ਉਹ ਹਰ ਦਰਗਾਹ ਹੈ ਪ੍ਰਸਤੀ, ਗੁਰਮੰਤਰਹੀਣ ਸੁਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਨ ਹੈ। ਇਹਦੇ ਅਰਥ ਤੁਸੀਂ ਕਰ ਲਓ, ਮੈਨੂੰ ਪੜ੍ਹ ਕੇ ਸੁਣਾ ਰਹੇ ਹੋ ਜਿਹੜਾ ਮਤਲਬ ਕੋਈ ਅੰਮ੍ਰਿਤ ਭਾਈ ਸਾਹਿਬ ਜੀ ਇਹਦੇ ਵਿੱਚ ਖੰਡੇ ਦੀ ਪਾਉ ਤੁਹਾਡੇ ਕੋਲ ਰਹਿਤ ਮਰਜ਼ਾਦਾ ਹੈਗੀ। ਠੀਕ ਹੈ, ਇਹਦੇ ਵਿੱਚ ਪੜ੍ਹੋ ਵੀ ਸਿੱਖ ਦੀ ਪਰਿਭਾਸ਼ਾ ਕੀ ਹੈ। ਤੁਸੀਂ ਪੜ੍ਹੋ। ਮੈਂ ਸਿੱਖ ਦੀ ਲਿਓ ਜੀ, ਮੈਂ ਪੜ੍ਹਦਾ। ਤੁਸੀਂ ਸਿੱਖ ਦੀ ਪਰਿਭਾਸ਼ਾ ਪੜ੍ਹੋ ਵੀ ਪਹਿਲਾਂ ਉਹਦੇ ਕਿਹਾ ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਹੋਲ ਸਕੈ। ਇਹ ਪ੍ਰਥਮ ਰਹਿਤ ਹੈ ਤੇ ਆਪ ਨੂੰ ਜੀ ਜਾ ਰਿਹਾ ਸਮਾਂ ਮੈਨੂੰ ਪੜ੍ਹ ਲੈਣਾ। ਹਾਂਜੀ ਹਾਂਜੀ ਪੜ੍ਹੋ ਜੀ। ਅੱਛਾ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਸਾਰੀ ਸੰਗਤ ਸਰੋਤੇ ਜਨ ਜਿੰਨੇ ਬੈਠੇ ਆ ਤੇ ਇਹ ਮੇਰੇ ਵੀਰ ਜਿਹੜੇ ਦੋਨੇ ਬੈਠੇ ਨੇ ਇਹਨਾਂ ਨੂੰ ਵੀ ਤੇ ਸਰੋਤਿਆਂ ਨੂੰ ਵੀ, ਮੇਰੇ ਕੋਲ 21 ਪ੍ਰਮਾਣ ਜਿਨ੍ਹਾਂ ਦੇ ਵਿੱਚ ਇਹ ਕਿਹਾ ਗਿਆ ਵੀ ਮਾਸ ਨਹੀਂ ਖਾਣਾ ਚਾਹੀਦਾ। ਉਹਦੇ ਚ ਕੀ ਹੈ ਵੀ ਅਸੰਖ ਗਲ ਵੱਢ ਹੱਤਿਆ ਕਮਾਏ, ਇਹਨੂੰ ਕਿ ਹੱਤਿਆ ਦੱਸਿਆ ਗਲ ਵੱਢਣ ਵਾਲਾ ਹਥਿਆਰਾ ਹੁੰਦਾ, ਅਸੰਖ ਪਾਪੀ ਪਾਪ ਕਰ ਜਾਏ। ਇਹ ਚਾਰ ਅਸੀਂ ਬੋਲਣਾ ਨਹੀਂ, ਮੈਨੂੰ ਪੜ੍ਹ ਕੇ ਸੁਣਾ ਰਹੇ ਹੋ। ਇਹਨਾਂ ਦੇ ਉੱਤਰ ਦੇ ਦਿਓ। ਇਹ ਨਹੀਂ, ਤੂੰ ਬਾਅਦ ਉੱਤਰ ਦੇ। ਨਹੀਂ ਨਾਲ ਦੀ ਨਾਲ ਇਹਨੂੰ ਤਾਂ ਸਵਾਲ ਨਹੀਂ, ਉਹ ਫਿਰ ਕਿਉਂਕਿ ਜਿਹੜੇ ਮੈਂ ਸਵਾਲ ਉਹਦੇ ਚ ਲਿਖਿਆ ਹੈ। ਹਾਂਜੀ ਸਵਾਲ ਮੈਂ ਤੁਹਾਨੂੰ ਭੇਜੇ 3, ਉਹਦੇ ਵਿੱਚ ਲਿਖਿਆ ਹੈ। ਨਹੀਂ ਮੇਰੇ ਕੋਲ ਕਿਤੇ ਕੋਈ ਸਵਾਲ ਫੈਕਸ ਕੀਤੇ ਨਹੀਂ 2 ਵਜੇ। ਪਲੀਜ਼ 2 ਵਜੇ ਦੀ ਫੈਕਸ ਚਲੋ ਫਿਰ ਮੈਂ ਤੁਹਾਨੂੰ ਫੋਨ ਕਰਕੇ ਬਾਅਦ ਚ ਰੱਜ ਕੇ ਦਿਓ ਜੀ ਉੱਤਰ, ਮੈਨੂੰ ਪੜ੍ਹ ਲੈ। ਕੋਈ ਗੱਲ ਨਹੀਂ ਹੈ। ਰਸ ਸੋਨਾ ਰਸ ਰੂਪਾ ਰਸ ਕਾਮੜ ਰਸ ਕੀ ਬਾਸ, ਰਸ ਕੋੜੇ ਰਸ ਮੀਠਾ ਰਸ ਮੀਠਾ ਰਸ ਮਾਸ।
ਇਹ ਸਾਰਾ ਜਿਹੜਾ ਹੈ ਵੀ ਮਾਸ ਖਾਣਾ ਇੱਕ ਚਸਕਾ ਹੈ ਜੀਵ ਦਾ ਤੇ ਰਸ ਹੈ। ਉਹ ਤਾਂ ਬਾਕੀ ਵੀ ਨਾਲ ਹੀ ਹੈ ਜੀ। ਹਾਂ ਚਲੋ ਬਾਕੀ ਦੇ ਵੀ ਨਾਲ ਹੀ ਨੇ। ਦੇਖੋ ਉਹ ਵੀ ਛੱਡੋ, ਮਿੱਠਾ ਆ ਗਿਆ, ਮਿੱਠਾ ਕੜਾਹ ਪ੍ਰਸ਼ਾਦ ਚ ਵੀ ਪੈਂਦਾ ਹੈ ਜੀ। ਜੇ ਮਿੱਠਾ ਖਾਣਾ ਮਨਾ ਹੈ ਤਾਂ ਫਿਰ ਹੁਣ ਦੱਸੋ ਉਹ ਤਾਂ ਨਾਲ ਜਿਹੜੀਆਂ ਦੂਜੀਆਂ ਚੀਜ਼ਾਂ ਨਾਲੋਂ ਅਲੱਗ ਨਹੀਂ ਕਰ ਸਕਦੇ। ਅੱਛਾ ਚਲੋ ਅੱਛਾ ਉਹਦੇ ਚ ਜੇ ਤੁਸੀਂ ਸਾਰਾ ਨਹੀਂ ਪੜ੍ਹ ਕੇ ਤੁਹਾਡੀ ਇਹੀ ਅੰਦਰ ਮਨਸਾ ਹੈ ਵੀ ਸਾਰੇ ਪ੍ਰਮਾਣ ਤੁਹਾਡੇ ਉਲਟ ਜਾਂਦੇ ਨੇ। ਨਹੀਂ ਉਲਟ ਨਹੀਂ ਜਾਂਦੇ। ਆਪਾਂ 2 ਘੰਟੇ ਦੇ ਜੀ ਮਾਸ ਦਾ ਮੁਖ ਤਗੜਾ ਹੈ, ਗਿਆਨ ਤਾਂ ਨਹੀਂ ਸੁਝ ਹੈ, ਉਹਦੇ ਸੰਬੰਧ ਹੈ, ਉਹਦੇ ਨਾਲ ਸੰਬੰਧਿਤ ਨੇ। ਦੇਖੋ ਇੱਕ ਗੱਲ ਕਹਿ ਰਹੇ ਇਹਦੇ ਵਿੱਚ ਉਹਨਾਂ ਨੇ ਰਸ ਦੀ ਗੱਲ ਕੀਤੀ। ਤੁਕ ਤਾਂ ਸੁਣੋ ਤੁਸੀਂ, ਅਗਲੀ ਤੁਕ ਸੁਣੋ। ਜੀ ਬਦੋ ਅਧਰਮ ਕਰ ਥਾਪੋ ਕਾਕੋ ਕਹੋ ਕਸਾਈ। जी बदो धर्म कर थापो काको कहो कसाई। आपस को मुनबर कर थापो काको कहो कसाई। जी मारन वाला जे कसाई नहीं हुंदा तां दसो कहंदे कसाई कौन हुंदा है। ये सवाल है गुरबाणी दे विच कीता होया। अच्छा इसे तरह जी जे मारे जोर कर कहते हैं जो हलाल दफ्तर दी जो काढ़त होएगा कवन हवाल। कबीर खूब खाना खिचड़ी जामे अमृत लोन हेरा रोटी कारने मसाबाद दे वास्ते गला कटावे कौन। कबीर जी जे मारे जोर कर कहते हैं जो हलाल दफ्तर दी जो काढ़त होएगा कवन हवाल। कबीर जोर किए जुल्म है ले जवाब खुदाए दफ्तर लेखा निकसा मार मुहि मुख खाए। कबीर भांग मछली सुरभ ये हो लिया ਇਹਦੀ ਤੇ ਇਹਦੇ ਚ ਅੱਗੇ ਆਏ ਸੀ ਮਾਸ ਖਾਨ ਗਲ ਛੁਰੀ ਦੇ ਭਾਈ ਗੁਰਦਾਸ ਦੀ ਇੱਕ ਹੋਰ ਵਾਰ ਦਾ ਹਵਾਲਾ। ਹਾਲ ਤਿਨਾੜਾ ਕੌਣ ਅਲੋਆ ਦੰਦਾ ਫੇੜਿਆ ਖਾਓ ਦੰਦ ਮੋਹ ਪਨ ਭਗਵਾ। वेद पढ़े मुख मीठी बानी। जे तुसी कहो भी कह के मारना मुसलमान तरीके नाल है कह के मारना ये कह सकते हो तुसी। ਇਹਦਾ उत्तर मैं देऊंगा भी क्या मुसलमान वेद भी पढ़दा है। ਇੱਥੇ ਕਹਿੰਦੇ वेद पढ़े मुख मीठी बानी जिया कोहत ना संगे प्राणी। एक पासे वेद पढ़ना है ब्राह्मण कह रहे एक पासे जी भी मारना तू। जे रत लगा कपड़े जामा होए पलीत जो रत पीवे मानसा तिन क्यों निर्मल चीत। ते हंस उत्तम इस लिए ਉਹਦਾ ਖਾਣਾ उत्तम है। बगला नीच इस लिए है बगले का खाना नीच है क्योंकि वह मांस खांदा है। बगला काग नीच की संगत जाए करंग विखू मुखलाई है। ਇਹ ਕਰੰਗ ਵਿਖੂ ਕੀ ਹੁੰਦਾ ਜੇ ਮਾਸ ਦੇ ਉਹ ਹੱਡੀਆਂ ਜਿਹੜੀਆਂ ਨਾ ਉਹ ਕਰੰਗ ਨਹੀਂ ਹਨ। ਜਿਹੜੇ ਥਾਂ ਤੇ ਮੁਰਦੇ ਦੱਬੇ ਜਾਂਦੇ ਨੇ ਉਹਨਾਂ ਨੂੰ ਅਸੀਂ ਸ਼ਮਸ਼ਾਨ ਭੂਮੀ ਫੂਕਣ ਵਾਲੇ ਨੂੰ ਸ਼ਮਸ਼ਾਨ ਭੂਮੀ ਕਹਿੰਦੇ ਆ। ਜਿੱਥੇ ਜਾ ਕੇ ਉਹ ਮੁਰਦੇ ਦੱਬੇ ਜਾਂਦੇ ਨੇ ਕਬਰਸਤਾਨ ਕਹਿੰਦੇ ਆ। ਜਿਹੜੇ ਪੇਟ ਦੇ ਵਿੱਚ ਤੁਸੀਂ ਮਾਸ ਪਾਓਗੇ ਕੀ ਕਹੋਗੇ ਤੁਸੀਂ ਉਹ ਮੜੀਆਂ ਨਾਲੋਂ ਘੱਟ ਹੈ। ਕੀ ਕਹੋਗੇ ਸ਼ਮਸ਼ਾਨ ਭੂਮੀ ਨਾਲੋਂ ਘੱਟ ਹੈ। ਰੋਜ਼ਾ ਧਰੇ ਮਨਾਵੇ ਅੱਲੋ ਸਵਾਦਤ ਜੀ ਸੰਘਾਰੇ। ਕਹਿੰਦੇ ਉਹ ਮੁਸਲਮਾਨਾਂ ਤੋਂ ਰੋਜ਼ੇ ਵੀ ਧਰ ਰਹੇ ਆ ਤੇ ਅੱਲਾ ਨੂੰ ਵੀ ਮਨਾ ਰਹੇ ਆ ਤੇ ਸਵਾਦ ਵਾਸਤੇ ਜੀ ਸੰਘਾਰ ਹੈ। ਆਪਾਂ ਦੇਖ ਆਪਣੀ ਦੇ ਕਾਹ ਕੋ ਚੱਖ ਮਾਰੇ ਤੂੰ ਚੱਖ ਮਾਰ ਰਹੇ ਆ। ਦੁੱਖ ਨਾ ਦੇ ਕਿਸੇ ਜੀ ਗੁਰੂ ਸਾਹਿਬ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਸਜਣਾ ਕਿਸੇ ਜੀਵ ਨੂੰ ਦੁੱਖ ਨਾ ਦੇ। ਉਹਨੂੰ ਦੁੱਖ ਆ ਰਿਹਾ ਉਸ ਵੇਲੇ ਜਿਸ ਵੇਲੇ ਉਹਨੂੰ ਚਾਹੇ ਸਤਿ ਸ੍ਰੀ ਅਕਾਲ ਕਹਿ ਕੇ ਝੜਕ ਦਿਓ ਚਾਹੇ ਕਲਮਾ ਪੈ ਕੇ ਕੱਢ ਦਿਓ ਉਹ ਸਹਿਮਦਾ ਉਹ ਡਰੇ ਹੋਏ ਦਾ ਮਾਂ ਜਿਹੜਾ ਖਾਊਗਾ ਕਹਿਰ ਬਣੂਗਾ। ਉਹ ਮੈਂ ਤਾਂ ਕਹੂੰਗਾ ਜੀ ਇਸ ਮਾਰੇ ਦੇ ਵਿੱਚ ਦਇਆ ਹੀ ਨਹੀਂ ਗਿਆ ਜੀ ਭਾਈ ਸਾਹਿਬ ਨੇ ਪੂਰਾ ਕਰ ਲੈਣਾ। ਹਾਂਜੀ ਤੇ ਚਲੋ ਕੋਈ ਨਹੀਂ ਇੰਨੇ ਨਾਲ ਸਾਜੂ ਇਹ ਸਾਰੇ ਇੱਕ ਗੁਰਬਾਣੀ ਦੇ ਪ੍ਰਮਾਣ ਇੱਕੋ ਹੀ ਬਹੁਤ ਮੈਂ ਇਹਦੇ ਨਾਲ ਸਾਰ ਲੈ। ਭਾਈ ਸਾਹਿਬ ਜੀ ਜਿਹੜੇ ਤੁਸੀਂ ਜਿੰਨੇ ਵੀ ਸ਼ਬਦ ਬੋਲੇ ਉਹਨਾਂ ਚੋਂ ਪਹਿਲਾਂ ਤਾਂ ਇਹ ਦੱਸੋ ਵੀ ਗੁਰਬਾਣੀ ਦੇ ਇੰਨਾ ਹੈ। ਹਾਂਜੀ ਗੁਰਬਾਣੀ ਜਿਹੜਾ ਪਹਿਲਾ ਸ਼ਬਦ ਹਾਂਜੀ ਜਿਹੜਾ ਤੁਸੀਂ ਪਹਿਲਾਂ ਰਸ ਵਾਲਾ ਸ਼ਬਦ ਬੋਲਿਆ ਉਹਦੇ ਚ ਮਾਸ ਲਫ਼ਜ਼ ਤੁਸੀਂ ਯੂਜ਼ ਕੀਤਾ। ਹਾਂਜੀ ਤੇ ਇੱਕੋ ਹੀ ਸ਼ਬਦ ਹੈ ਜਿੰਨੇ ਵੀ ਸ਼ਬਦ ਤੁਸੀਂ ਪੜ੍ਹੇ ਜਿਹਦੇ ਵਿੱਚ ਮਾਸ ਲਫ਼ਜ਼ ਆਉਂਦਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਸੇ ਨੂੰ ਔਂਕੜ ਵਾਲਾ ਮਾਸ 27 ਵਾਰ ਆਉਂਦਾ। ਤੁਸੀਂ ਕੋਈ ਸ਼ਬਦ ਨਹੀਂ ਉਹ ਚੂਜ਼ ਕੀਤਾ ਵੀ ਉਹ ਕਾਹਤੇ ਹੋਇਆ ਹੈ। ਜਿਹੜੇ ਪਹਿਲੇ ਰਸ ਵਾਲੇ ਆ ਰਸ ਦੇ ਵਿੱਚੋਂ ਤੁਸੀਂ ਮਾਸ ਨੂੰ ਅਲੱਗ ਨਹੀਂ ਕਰ ਸਕਦੇ। ਦੇਖੋ ਜੀ ਮਾਸ ਹੈ ਚਾਹੇ ਜਿਹੜੇ ਤਰੀਕੇ ਨਾਲ ਮਰਜ਼ੀ ਲਿਖਿਆ ਸਰਦਾਰ ਸਾਹਿਬ ਤੁਸੀਂ ਪੜ੍ਹ ਲਿਓ ਗੁਰਬਾਣੀ ਜਿਹੜੀ ਹੈ ਇਹਦੇ ਤੇ ਗੱਲ ਸੁਣੋ ਠੀਕ ਹੈ ਪ੍ਰੋਫੈਸਰ ਸਾਹਿਬ ਮੈਨੂੰ ਤੁਸੀਂ ਫਿਨਿਸ਼ ਨਹੀਂ ਕਰਨ ਦਿੱਤਾ ਤੁਹਾਡੀ ਗੱਲ ਅਸੀਂ ਸੁਣੀ ਪਿਆਰ ਹਾਂ ਸੁਣੋ ਹੈ ਜੀ। ਅੱਛਾ ਉਸ ਤੋਂ ਬਾਅਦ ਇਹ ਵੀ ਸ਼ਬਦਾਂ ਦਾ ਆਪਣਾ ਕਿਆ ਮੇਵਾ ਕਿਆ ਘਿਓ ਗੁੜ ਕਿਆ ਮਿੱਠਾ ਕਿਆ ਮੈਦਾ ਕਿਆ ਮਾਸ ਇੱਥੇ ਵੀ ਸਾਰੀਆਂ ਗੱਲਾਂ ਇਕੱਠੀਆਂ ਜਵਾਨ ਦੇ ਰਸ ਲਏ ਨੇ ਪਰ ਉਹਦੇ ਮਾਸ ਵੀ ਇੱਕ ਰਸ ਲਿਆ ਵੀ ਇੱਕ ਰਸ ਇਹ ਸਾਰੇ ਰਸ ਪਰ ਇਹ ਖਾਣ ਦੀ ਆ ਗਿਆ ਇਹਨਾਂ ਤੇ ਮਨਾਹੀ ਕਿਤੇ ਨਹੀਂ ਗੁਰਬਾਣੀ ਜੀ। ਮੈਂ ਇਹ ਨਹੀਂ ਕਹਿ ਗੁੜ ਖਾਣ ਦੀ ਦੱਸੋ ਕਿੱਥੇ ਲਿਖਿਆ ਵੀ ਨਹੀਂ ਖਾ ਸਕਦੇ। ਅੱਛਾ ਮਾਸ ਖਾਣ ਦੀ ਥਾਂ ਹੈ ਨਹੀਂ ਦੇਖੋ ਤੁਸੀਂ ਮਾਸ ਨੂੰ ਦੂਜੇ ਅੱਖਰਾਂ ਨਾਲ ਅਲੱਗ ਨਹੀਂ ਕਰ ਸਕਦੇ ਜਿੱਥੇ ਗੁਰੂ ਸਾਹਿਬ ਨੇ ਦਿੱਤੇ ਨੇ। ਇਹ ਸਰਦਾਰ ਜ਼ੁਬਾਨ ਦਾ ਰਸ ਦੱਸਿਆ ਗਿਆ ਵੀ ਆਹ ਚੀਜ਼ਾਂ ਦੇ ਨਾਲ ਜ਼ੁਬਾਨ ਦਾ ਰਸ ਮੈਨੂੰ ਪਤਾ ਇਹ ਤੁਹਾਡੇ ਦੱਸਣ ਦੇ ਨਾਲ ਨਹੀਂ ਮੈਂ ਕਹਿੰਦਾ ਮੈਨੂੰ ਨਹੀਂ ਪਤਾ ਤੇ ਤਾਂ ਹੁਣ ਪਤਾ ਲੱਗਾ। ਫਿਰ ਉਹ ਲਿਆ ਕਿਉਂ ਰਹੇ ਆ ਜੀ ਮੈਂ ਇਸ ਕਰਕੇ ਲਿਆ ਰਿਹਾ ਕਿ ਖਾਣ ਵਾਲੀਆਂ ਕਿਉਂਕਿ ਮੈਂ ਇੱਕ ਗੱਲ ਪਹਿਲਾਂ ਸਟੇਟਮੈਂਟ ਦਿੱਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਲਿਖਿਆ ਕਿ ਮੀਟ ਖਾਣਾ ਜਿਹੜਾ ਜਾਇਜ਼ ਆ। ਨਾਲ ਮੈਂ ਸਟੇਟਮੈਂਟ ਇਹ ਵੀ ਦਿੱਤੀ ਸੀ ਗੁਰੂ ਗ੍ਰੰਥ ਸਾਹਿਬ 'ਚ ਇਹ ਵੀ ਨਹੀਂ ਲਿਖਿਆ ਕਿ ਮੀਟ ਨਾ ਖਾਣਾ ਜਿਹੜਾ ਆ ਉਹ ਮਤਲਬ ਸਿੱਖ ਲਈ ਮਤਲਬ ਨਹੀਂ ਖਾ ਸਕਦਾ ਉਹ। ਤੇ ਇੱਥੇ ਮੈਂ ਸਿਰਫ ਤੇ ਸਿਰਫ ਇਹ
ਦੱਸਣਾ ਚਾਹੁੰਦਾ ਵੀ ਇੱਥੇ ਜਿਹੜੇ ਰਸ ਦੀ ਗੱਲ ਕੀਤੀ ਹੈ ਜਾਂ ਮਤਲਬ ਕਿਸੇ ਵੀ ਚੀਜ਼ ਦੀ ਉਹਨਾਂ ਨੇ ਗੱਲ ਕੀਤੀ, ਖਾਣੇ ਵਾਲਿਆਂ ਦੇ ਨਾਲ ਮਾਸ ਨੂੰ ਵਰਤਿਆ ਤੇ ਉਹ ਸਮਝਦੇ ਨੇ ਕਿ ਮਾਸ ਜਿਹੜੀ ਖਾਣ ਵਾਲੀ ਚੀਜ਼ ਹੈ, ਇਸ ਕਰਕੇ ਉਹਨਾਂ ਨੇ ਖਾਣ ਵਾਲੀਆਂ ਚੀਜ਼ਾਂ ਨਾਲ ਵਰਤਿਆ। ਕਿਹਾ ਵੀ ਖਾ ਸਕਦੇ ਆ, ਇੱਥੇ ਹੈਗਾ ਇਹ? ਨਹੀਂ, ਮੈਂ ਨਹੀਂ ਕਿਹਾ ਜੀ, ਮੈਂ ਤਾਂ ਪਹਿਲਾਂ ਹੀ ਸਟੇਟਮੈਂਟ ਦੇ ਦਿੱਤੀ ਹੈ ਮੇਰੀ ਤਾਂ ਤੁਹਾਡੇ ਨਾਲ ਇਹਦੇ ਤੋਂ ਇਹ ਸਾਰੇ ਪ੍ਰਮਾਣ ਚ ਮਨਜੀਤ ਸਿੰਘ ਦੀ ਰੋਕਿਆ ਹੋਇਆ ਹੈ ਤੇ ਇਹਦੇ ਤੁਸੀਂ ਜੇ ਅਸੀਂ ਉਹਨਾਂ ਦੇ ਅਰਥ ਇਹ ਕਰ ਲਈਏ ਹੈ ਹੀ ਇਹ ਮਾਸ ਨਹੀਂ ਹੈ, ਨਹੀਂ ਹੈ ਹੀ ਇਹ ਤੁਹਾਡੇ ਕਹਿਣ ਨਾਲ ਨਹੀਂ ਹੈ, ਤੁਸੀਂ ਮੁਕਰੋ ਤੇ ਨਾ ਹੋਵੇ। ਨਹੀਂ, ਮੈਂ ਨਹੀਂ ਕਹਿੰਦਾ ਮੁੱਕਰਦਾ ਜੀ, ਤੁਸੀਂ ਇਹਨਾਂ ਕੋਲ ਆਪਣਾ ਉਹਨਾਂ ਕੋਲ ਪੰਨਾ ਕੱਢ ਲਓ ਜਿਹੜਾ ਮਰਜ਼ੀ। ਆ ਲੋ ਕਬੀਰ ਖੂਬ ਖਾਨਾ ਖਿਚੜੀ ਜਾਮੇ ਅਮਰਤ ਲੋਨ ਹੀਰਾ ਰੋਟੀ ਕਰਨੇ ਗਲਾ ਕਟਾਵੇ ਕੌਣ, ਕੀ ਕਹੋਗੇ? ਅੱਛਾ ਭਾਈ ਸਾਹਿਬ ਜੀ, ਇਹਦੇ ਵਿੱਚ ਵੀ ਮਾਸ ਲਫ਼ਜ਼ ਨਹੀਂ ਆਇਆ। ਨਹੀਂ ਗਲਤ ਨਹੀਂ, ਗਲਾ ਕਿਹਦਾ ਕੱਟਿਆ? ਅੱਛਾ, ਗਲਾ ਕਿਹਦਾ ਕੱਟਿਆ? ਇੱਕ ਮਿੰਟ ਜੀ, ਮੈਂ ਦੱਸਦਾ। ਹੀਰਾ ਰੋਟੀ ਕਰਨੇ ਗਲਾ ਕਟਾਵੇ ਕੌਣ, ਇਹ ਕਿਹਦਾ ਕੱਟਿਆ ਗਲਾ? ਇਹ ਮੁਹਾਵਰਾ ਵਰਤਿਆ ਗਿਆ ਜੀ, ਰੋਟੀ ਖਾਣ। ਦੇਖੋ ਤੁਸੀਂ ਮੈਨੂੰ ਜਵਾਬ ਦੇ ਲੈਣ ਦਿਓ। ਹਾਂ, ਜਦੋਂ ਅਸੀਂ ਫੈਕਟਰੀਆਂ ਦੇ ਵਿੱਚ ਸਰਦਾਰੀ ਸਾਰੇ ਜਿੰਨੇ ਇੱਥੇ ਬੈਠੇ ਆ, ਜਿਹੜਾ $7-8 ਤੇ ਕੰਮ ਕਰਕੇ ਆਉਂਦਾ ਹੈ, ਉਹ ਨਾ ਤਾਂ ਆਪਦੀ ਕਾਰ ਖਰੀਦ ਸਕਦਾ ਹੈ, ਨਾ ਉਹਦੀ ਇੰਸ਼ੋਰੈਂਸ ਪੇ ਕਰ ਸਕਦਾ ਹੈ। ਉਹਨੂੰ ਇੰਨੇ ਕੁ ਪੈਸੇ ਮਿਲਦੇ ਆ ਕਿ ਉਹ ਆਪਦੇ ਅਪਾਰਟਮੈਂਟ ਦਾ ਕਿਰਾਇਆ ਦੇ ਸਕਦਾ ਹੁੰਦਾ। ਉਹਨੂੰ ਉੱਥੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਪੂਰੀ ਮੁਸ਼ੱਕਤ ਨਹੀਂ ਮਿਲਦੀ। ਇਹਨੂੰ ਕਿਹਾ ਜਾਂਦਾ ਹੈ ਕਿ ਕੰਮ ਦੇਣ ਵਾਲੇ ਨੇ ਉਹਦਾ ਗਲਾ ਕੱਟ ਲਿਆ। ਇਹ ਮੁਹਾਵਰਾ ਜੀ। ਦੇਖੋ ਇਹਦਾ ਗਲਾ ਨਹੀਂ ਕੱਟਿਆ ਜਾਂਦਾ, ਮੁਹਾਵਰਾ ਨਹੀਂ ਹੈ, ਦੇਖੋ ਇਹ ਮੁਹਾਵਰਾ। ਲਓ ਜੀ, ਇਸ ਦੇ ਨਾਲ ਦੀ ਅਰਥ ਗਲਤ ਨਹੀਂ ਹੈ। ਇਸ ਦੇ ਨਾਲ ਹੀਰਾ ਦਾ ਅਰਥ ਦੱਸੋ ਕੀ ਹੀਰਾ? ਮੈਂ ਤੁਹਾਨੂੰ ਇੱਕ ਮਿੰਟ ਦੱਸਦਾ। ਗੁਰੂ ਨਾਨਕ ਸਾਹਿਬ ਦਾ 1290 ਪੰਨੇ ਤੇ ਇੱਕ ਸ਼ਬਦ ਹੈ ਜੀ। ਉਹ ਕਹਿੰਦੇ, ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਪਾਂਡੇ ਤੂੰ ਜਾਣਾ ਹੀ ਨਹੀਂ, ਕਿੱਥੋਂ ਮਾਸੋ ਪੰਨਾ, ਮਾਸ ਪੈਦਾ ਕਿੱਥੋਂ ਹੁੰਦਾ? ਜਿੱਥੇ ਅਸੀਂ ਆਉਣੀ ਸੀ ਉਹ ਗੱਲ ਇਹ ਪਹੁੰਚਣੀ ਨਹੀਂ ਦਿੱਤੀ, ਉੱਥੇ ਪਹੁੰਚਣੀ ਦਿੱਤੀ। ਅਸੀਂ ਇੱਕ ਮਿੰਟ, ਮੈਨੂੰ ਇੱਕ ਮਿੰਟ ਦੇ ਦਿਓ, ਮੈਂ ਤੁਹਾਡੀ ਸਾਰੀਆਂ ਗੱਲਾਂ ਸੁਣੀਆਂ। ਉਹ ਕਹਿੰਦੇ ਆ ਪਾਂਡੇ ਤੂੰ ਜਾਣਾ ਹੀ ਨਹੀਂ, ਕਿੱਥੋਂ ਇੱਕ ਮਿੰਟ ਜੀ, ਬਾਸ ਬਣਦਾ ਕਿੱਥੋਂ ਹੈਗਾ? ਬੇਸ ਬਾਸ ਦਾ ਪਾਣੀ ਹੈ। ਔਰ ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ 1290 ਪੰਨੇ ਦੇ ਹੈਗਾ। ਤੁਹਾਡੇ ਕੋਲ ਇਹੀ ਸ਼ਲੋਕ ਹੈ ਇੱਕ ਨਹੀਂ, ਹੋਰ ਵੀ ਬਥੇਰੇ ਹੈਗੇ ਆ, ਹੋਰ ਵੀ ਹੈਗੇ। ਤੋਂ ਕਿਤੇ ਲਿਖਿਆ ਜੀ ਖਾ ਲਓ, ਇਹਦੇ ਚ ਮੈਨੂੰ ਦੱਸਦਾ ਲੈਣ ਦੇ ਸਾਡੀ ਜੀ ਇਹ ਤੁਹਾਡੇ ਨਾਲ ਵਿਚਾਰ ਨਹੀਂ ਹੈ ਵੀ ਅਸੀਂ ਇਹ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਖਾਣ ਬਾਰੇ ਅਸੀਂ ਨਹੀਂ ਬਾਰ-ਬਾਰ ਸਟੇਟਮੈਂਟ ਕੀਤੀ ਹੈ। ਇਹਨਾਂ ਨੇ ਨਹੀਂ ਖਾਣਾ, ਤੁਹਾਡੇ ਕਹਿਣ ਤੋਂ ਵੀ ਨਹੀਂ ਖਾਣਾ। ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਸ਼ਵਾਸ ਹੈ, ਨਹੀਂ ਖਾਣਗੇ ਉਹ। ਨਹੀਂ, ਉਹ ਠੀਕ ਹੈ, ਵਿਸ਼ਵਾਸ ਨਹੀਂ, ਜ਼ਰੂਰ ਖਾਣ। ਮੈਨੂੰ ਗੱਲ ਕਰ ਲੈਣ ਦਿਓ ਜੀ। ਕੋਈ ਖਾਣ ਦਾ, ਮੈਂ ਇੱਕ ਵਾਰੀ ਫਿਰ ਕਹਿਣਾ ਚਾਹੁੰਦਾ ਕਿ ਖਾਣ ਦਾ ਜਾਂ ਨਾ ਖਾਣ ਦਾ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧ ਕੋਈ ਨਹੀਂ ਹੈ। ਧਰਮ ਦਾ ਇਹ ਮਸਲਾ ਨਹੀਂ ਹੈ। ਪ੍ਰਮਾਣ ਸੁਣ ਕੇ ਉਹਨਾਂ ਦੇ ਪੋਚਾ ਫੇਰਦੇ ਹੋਏ ਤੁਕਾਂ ਆਪ ਬਣਾਈਆਂ। ਨਹੀਂ, ਦੇਖੋ ਤੁਸੀਂ ਮੈਂ ਲਿਖਿਆ ਨੇ ਤੁਕਾਂ 27 ਵਾਰੀ ਮਾਸ ਲਫ਼ਜ਼ ਆਇਆ, ਤੁਸੀਂ ਉਹਨਾਂ ਦੇ ਲਫ਼ਜ਼ ਉਹ ਸ਼ਬਦ ਨਹੀਂ ਵਰਤੇ ਬਿਲਕੁਲ। ਅੱਛਾ, ਉਹਨਾਂ ਤੁਸੀਂ ਉਹ ਸ਼ਬਦ ਵਰਤੇ, 27 ਇਹਨਾਂ ਦੇ ਵਿੱਚ ਮਾਸ ਸ਼ਬਦ ਨਹੀਂ ਹੈ। ਅੱਛਾ ਮਨਜੀਤ ਸਿੰਘ ਜੀ, ਇੱਕ ਮੇਰੀ ਬੇਨਤੀ ਹੈ ਤੁਹਾਨੂੰ, ਇਹਨਾਂ ਨੂੰ, ਤੁਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਚੋਂ ਇੱਕ ਤੋਂ ਕੱਢ ਕੇ ਲਿਆਓ। ਮੈਂ ਲਿਆ 21 ਤੋਂ, ਤੁਸੀਂ ਲਿਆਓ ਇੱਕ ਜਿਹਦੇ ਚ ਇਹ ਸਿੱਧਾ ਹੁਕਮ ਹੈ, ਜਿਵੇਂ ਇਹਨਾਂ ਦੇ ਵਿੱਚ ਵੀ ਮਾਸ ਪਾ ਸਕਦੇ। ਇੱਕ ਲਿਆਓ ਮੈਨੂੰ, ਇਹ ਮੈਂ ਜਿਹੜੀਆਂ ਤੁਸੀਂ ਆ ਮੀਡੀਆ ਦੇ ਸਾਹਮਣੇ ਮੈਂ ਗੱਲ ਕਰਦਾ ਵੀ ਮੈਂ ਮੰਨੂਗਾ ਉਸ ਗੱਲ ਨੂੰ, ਲਿਆ ਤੁਸੀਂ ਤੁਕ ਦਿਓ। ਭਾਈ ਸਾਹਿਬ ਜੀ, ਜਿਹੜੀਆਂ ਜੇ ਤੁਸੀਂ ਇੱਕ ਵੀ ਨਹੀਂ ਦੇ ਸਕਦੇ ਤਾਂ ਤੁਹਾਡੀ ਭਾਈ ਸਾਹਿਬ ਜੀ, ਹੁਣ ਤੁਸੀਂ ਮੇਰੀ ਗੱਲ ਪਲੀਜ਼ ਮੇਰੀ ਪੂਰੀ ਹੋਣ। ਭਾਈ ਸਾਹਿਬ ਜੀ, ਜਿਹੜੀਆਂ 21 ਤੁਕਾਂ ਤੁਸੀਂ ਬੋਲੀਆਂ, ਇਹਦੇ ਵਿੱਚ ਇੱਕ ਵੀ ਸ਼ਬਦ ਐਸਾ ਨਹੀਂ ਹੈ ਜਿਹਦੇ ਵਿੱਚ ਇਹ ਲਿਖਿਆ ਪਏ ਮਾਸ ਖਾਣਾ। ਹੱਦ ਹੋ ਗਈ ਆ ਸਾਰੇ ਮਾਸ ਦੇ। ਉਹਦੇ ਅਰਥ ਤਾਂ ਕਰੋ ਨਾ, ਸ਼ਬਦ ਪੂਰੇ ਯਾਰ। ਮਨਜੀਤ ਸਿੰਘ ਜੀ, ਤੁਸੀਂ ਕੰਪਿਊਟਰ ਦੇ ਇੰਜੀਨੀਅਰ ਹੋ। ਇੱਕ ਮਿੰਟ ਜੀ, ਤੁਸੀਂ ਪੂਰੇ ਐਗਜ਼ਾਮਪਲਾਂ ਬਹੁਤ ਸਾਰੀਆਂ। ਇੱਕ ਮਿੰਟ ਜੀ, ਪੂਰੇ ਸਾਰੀ ਆਵਾਜ਼ ਤੁਸੀਂ ਇੱਕ ਮਿੰਟ। ਸਰਦਾਰ ਮਨਜੀਤ ਸਿੰਘ ਜੀ, ਜਦੋਂ ਕੋਈ ਵੀ ਉਦਾਹਰਨ ਦਿੱਤੀ ਜਾਂਦੀ ਹੈ, ਉਹ ਕਿਸੇ ਪੁਰਾਣੀ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਦਿੱਤੀ ਜਾਂਦੀ ਹੈ ਨਾ। ਭਾਈ ਸਾਹਿਬ ਜੀ, ਜਦੋਂ ਤੁਸੀਂ ਬਹੁਤ ਸਾਰੇ ਸਵਾਲ ਕੱਢਦੇ ਹੋ ਤੇ ਫਾਰਮੂਲੇ ਵਰਤੇ ਜਾਂਦੇ ਆ ਨਾ ਜੀ। ਰਵਿੰਦਰ ਸਿੰਘ ਧਰਮ ਦੇ ਗ੍ਰੰਥ ਜਿਹੜੇ ਉਹਨਾਂ ਦਾ ਇੱਕ ਅਸੂਲ ਹੈ ਤੇ ਜਦੋਂ ਵੀ ਅਰਥ ਕਰਨੇ ਦੇ ਨਾਲ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ। ਮੈਂ ਬੇਨਤੀ ਕਰਦਾ, ਜਿਨ੍ਹਾਂ ਨੇ ਮੀਟ ਖਾਣਾ ਉਹ ਖਾਣ, ਜਿਨ੍ਹਾਂ ਨੇ ਨਹੀਂ ਖਾਣਾ ਉਹ ਨਾ ਖਾਣ। ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਹਵਾਲਾ ਦੇ ਕੇ ਖਾਣਾ ਜਾਂ ਨਾ ਖਾਣਾ ਉਹ ਤੋਂ ਬਚ ਕੇ ਰਹੋ। ਅਸੀਂ ਕਿਸੇ ਨੂੰ ਇਹ ਨਹੀਂ ਜਿਤਾਉਣ ਦੀ ਕੋਸ਼ਿਸ਼ ਕਰ ਰਹੇ ਕਿ ਮੀਟ ਖਾਓ ਜਾਂ ਨਾ ਖਾਓ। ਨਾ ਤੇ ਮੈਂ ਇਹਨਾਂ ਦੇ ਨਾਲ ਆ ਤੇ ਨਾ ਮੈਂ ਇਹਨਾਂ ਦੇ ਨਾਲ ਆ। ਤੁਸੀਂ ਆਪਣੀ ਅਵਸਥਾ ਵੇਖ ਕੇ ਖਾਣਾ ਖਾਓ, ਨਹੀਂ ਖਾਣਾ ਨਾ ਖਾਓ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਹਵਾਲਾ ਵਿੱਚ ਦੇ ਕੇ ਲੋਕਾਂ ਨੂੰ ਇਹ ਨਾ ਕਹੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਲਿਖਿਆ ਹੈ। ਇਸ ਕਰਕੇ ਜੇਕਰ ਉਹ ਬੰਦਾ ਮੀਟ ਅਜੇ ਵੀ ਖਾਈ ਜਾਂਦਾ ਹੈ ਜਿਸ ਦੇ ਵਿੱਚ ਦਇਆ ਕਹਿ ਦਿੰਦਾ ਕਿ ਇੱਕ ਬੰਨੇ ਮੈਂ ਦਇਆਵਾਨ ਹਾਂ ਤੇ ਦੂਜੇ ਬੰਨੇ ਮੀਟ ਖਾ ਰਿਹਾ ਹੈ, ਜਾਂ ਜਾਨਵਰਾਂ ਨੂੰ ਮਾਰ ਰਿਹਾ ਹੈ, ਜਾਂ ਅਜਿਹੀਆਂ ਕਰਤੂਤਾਂ ਕਰ ਰਿਹਾ ਜਿਸ ਨਾਲ ਕਿਸੇ ਦਾ ਮਨ ਦੁਖਦਾ ਹੋਵੇ, ਉਹਨੂੰ ਮੈਂ ਦਇਆਵਾਨ ਨਹੀਂ ਸਮਝੂੰਗਾ। ਸੋ ਇਸ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਸੋ
ਆਪੋ ਆਪਣੇ ਵਿਚਾਰ ਰਵਿੰਦਰ ਸਿੰਘ ਪੇਸ਼ ਕੀਤੇ ਗਏ। ਤੁਸੀਂ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਸੀ ਉਹ ਸੁਣ ਨਹੀਂ ਦਿੱਤੀ ਉਹਨਾਂ ਨੇ। ਸਰਦਾਰ ਮਨਜੀਤ ਸਿੰਘ ਜੀ ਇੱਕੋ ਗੱਲ ਹੁਣ ਰਵਿੰਦਰ ਸਿੰਘ ਮੈਂ ਤੇ ਸਮਝਦਾ ਅਸੀਂ ਇਸ ਵੇਲੇ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ, ਅਸੀਂ ਗਿਆਨ ਧਿਆਨ ਨਹੀਂ ਜਾਣਦੇ, ਅਸੀਂ ਸਿਰਫ ਮਾਸ ਕਰਕੇ ਸਾਡੇ ਸਾਰਿਆਂ ਤੇ ਲਾਗੂ ਹੁੰਦੀ ਗੱਲ। ਕੌਣ ਮਾਸ ਕੌਣ ਸਾਗ ਕਹਾਵੇ ਕਿਸ ਮੈਂ ਪਾਪ ਸਮਾਣੇ। ਹੁਣ ਤੁਸੀਂ ਦੱਸ ਦਿਓ। ਲਓ ਜੀ ਇਹਦੇ ਵਿੱਚ ਤੇ ਮੈਂ ਇਹੋ ਹੀ ਸਮਝਦਾ ਵਾਂ ਕਿ ਅਸੀਂ ਮਾਸ ਕਰਕੇ ਜਿਹੜੇ ਆ ਮੂਰਖ ਝਗੜਦੇ ਆ ਜੀ, ਗੁਰਬਾਣੀ ਕਹਿ ਰਹੀ ਆ ਜੀ। ਮੇਰੀ ਗੱਲ ਨਹੀਂ ਤੁਸੀਂ ਸੁਣ ਦਿੱਤੀ। ਮੈਂ ਕਿਹਾ ਕਿ ਗੁਰੂ ਆਪਣਾ ਜਿਹੜੇ ਧਾਰਮਿਕ ਸੌਰੀ ਜੀ ਬਾਬਾ ਜੀ, ਤੁਹਾਡੇ ਕੋਲ ਮੈਂ ਮਾਫੀ ਮੰਗਦਾ। ਅਸੀਂ ਇਸ ਵੇਲੇ ਸਾਰੇ ਮੂਰਖ ਬਣ ਗਏ। ਜਿੰਨੇ ਤੱਕ ਧਰਮ ਗ੍ਰੰਥਾਂ ਦੇ ਇੱਕ ਮਿੰਟ ਜੀ। ਹਾਂਜੀ ਇੱਕ ਜਲਦੀ ਸਮਾਪਤ ਕਰੋ, ਮੈਂ ਪੁੱਛਣੀ ਹੈ ਗੱਲ। ਤੁਹਾਨੂੰ ਇਹਨਾਂ ਨੇ ਦੇ ਦੇਣਾ ਤਾਂ ਸਾਨੂੰ ਨਹੀਂ ਦੇਣਾ। ਨਹੀਂ ਕਿਹੜੀ ਗੱਲ ਹੋ ਸਕਦੀ ਹੈ? ਇਹ ਤੁਹਾਡੀ ਜਾਤੀ ਹੈ ਜਿਹੜੀ ਇਹ ਗੱਲ ਕਹਿੰਦੀ। ਅੱਛਾ ਚਲੋ ਮੈਂ ਮਾਫੀ ਮੰਗਦਾ। ਅੱਛਾ ਧਾਰਮਿਕ ਗ੍ਰੰਥ ਦਾ ਇੱਕ ਅਸੂਲ ਹੈ ਜੀ ਤੇ ਜਦੋਂ ਵੀ ਅਰਥ ਕਰਨੇ ਆ ਪੂਰੇ ਸ਼ਬਦ ਦੇ ਕਰਨੇ ਆ, ਇੱਕ ਲਾਈਨ ਦੇ ਨਹੀਂ ਕਰਨੇ। ਇਸ ਕਰਕੇ ਮੈਂ ਭਾਈ ਸਾਹਿਬ ਜੀ ਨੂੰ ਕਿਹਾ ਕਿ ਜਿੰਨੀਆਂ ਲਾਈਨਾਂ ਨਹੀਂ ਬੋਲੀਆਂ ਉਹਦਾ ਅਰਥ ਤੁਸੀਂ ਪੂਰੇ ਸ਼ਬਦ ਦਾ ਕਰੋ, ਫਿਰ ਦੇਖੋ ਵੀ ਉਹਦਾ ਅਰਥ ਨਿਕਲਦਾ। ਸਰਦਾਰ ਮਨਜੀਤ ਸਿੰਘ ਜੀ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਾ ਜਾਣੇ। ਇਹ ਭਾਈ ਸਾਹਿਬ ਜੀ ਨੇ ਨਹੀਂ ਬੋਲਿਆ। ਇੱਥੇ ਅੱਗੇ ਦੋ ਆ ਗਈਆਂ ਜੀ ਡੰਡੀਆਂ। ਹਾਂ ਭਾਈ ਸਾਹਿਬ ਜੀ ਨੇ ਉੱਥੋਂ ਤੀਕ ਆ ਜੀ। ਇਹ ਸ਼ਬਦ ਪਹਿਲਾਂ ਸ਼ੁਰੂ ਹੁੰਦਾ ਜੀ। ਹਾਂਜੀ ਇਹ ਪਹਿਲਾਂ ਜਾਓ ਪਿੱਛੇ, ਪਿਛਲੇ ਹਫ਼ਤੇ ਪਹਿਲਾਂ ਵੀ 89 ਤੇ ਜਾਓ ਪੇਜ ਹਾਂਜੀ 99 ਤੇ ਜਾਓ। ਹਾਂਜੀ 99 ਤੋਂ ਜਿਹੜਾ ਇਹਦਾ ਪਿਛਲਾ ਆ ਉਹਦੇ ਤੇ ਜਾਓ ਤੁਸੀਂ ਅਖੀਰ ਤੇ ਥੱਲੇ ਸਲਾਈਡ ਕਰਕੇ ਲੈ ਜਾਓ। ਇਹ ਤੇ ਗੁਰੂ ਸਾਹਿਬ ਨੇ ਉਦਾਹਰਨਾਂ ਦਿੱਤੀਆਂ ਭਈ ਇਹ ਜੋ ਨਹੀਂ ਇਹਦੇ ਵਿੱਚ ਗੁਰੂ ਸਾਹਿਬ ਨੇ ਦੱਸਿਆ ਜੀ ਤੁਹਾਡੀ ਗੱਲ ਹੋਈ। ਇੱਕ ਮਿੰਟ ਵਾਲਾ ਸਰਦਾਰ ਸਾਹਿਬ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਵੀ ਪਾਣੀ ਤੋਂ ਮਾਸ ਬਣਿਆ ਤੁਸੀਂ ਕਿਹਾ ਸੀ। ਇਹ ਠੀਕ 1290 ਮੈਂ ਮੰਨਦਾ ਮੈਂ ਇਹਦਾ ਖੰਡਨ ਨਹੀਂ ਕਰਦਾ। ਹਾਂਜੀ ਮੈਂ ਪੁੱਛਦਾ ਵੀ ਗੁੜ ਤੋਂ ਸ਼ਰਾਬ ਬਣਦੀ ਆ ਕਿ ਸ਼ਰਾਬ ਪੀ ਲੈਣੀ ਚਾਹੀਦੀ ਹੈ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਨੂੰ ਉਹੀ ਉੱਤਰ ਦਿਓ ਨਹੀਂ ਜਿੰਨਾ ਮੈਂ ਪੁੱਛਦਾ। ਗੁੜ ਤੋਂ ਸ਼ਰਾਬ ਬਣਦੀ ਹੈ, ਸ਼ਰਾਬ ਦੀ ਜਿਤ ਪੀਤੇ ਮਤ ਦੂਰ ਹੋਏ ਬਰਲ ਪਵਾ ਵਿੱਚ ਆਏ ਸਾਫ਼ ਲਫ਼ਜ਼ਾਂ ਚ ਮਨਾ ਕੀਤਾ ਹੋਇਆ। ਫਿਰ ਕਿਉਂ ਉਹ ਗੁੜ ਤੋਂ ਪੈਦਾ ਹੁੰਦੀ ਹੈ? ਫਿਰ ਇਹ ਇਸੇ ਤਰ੍ਹਾਂ ਪਾਣੀ ਤੋਂ ਭਾਵੇਂ ਮਾਸ ਪੈਦਾ ਹੁੰਦਾ ਪਰ ਨਹੀਂ ਖਾਣ ਦੀ ਤੁਸੀਂ ਆਪ ਹੀ ਪਰ ਅਸੀਂ ਮਾਸ ਤੋਂ ਪੈਦਾ ਜਿਹੜਾ ਬਾਈ ਪ੍ਰੋਡਕਟ ਦੁੱਧ ਆ ਦਹੀਂ ਆ, ਦਹੀਂ ਦੇ ਵਿੱਚ ਬੈਕਟੀਰੀਆ ਉਹ ਖਾ ਸਕਦੇ ਆ। ਬੈਕਟੀਰੀਆ ਨੱਠੇ ਫਿਰਦੇ ਜੀ। ਦੇਖੋ ਬੈਕਟੀਰੀਆ ਹੈਗੇ, ਉਹਦਾ ਗੁਰੂ ਸਾਹਿਬ ਨੂੰ ਵੀ ਪਤਾ ਹੈ। ਸ੍ਰਿਸ਼ਟੀ 6 ਪ੍ਰਕਾਰ ਦੀ ਪਰ ਸ੍ਰਿਸ਼ਟੀ 6 ਪ੍ਰਕਾਰ ਦੀ ਉਹਦੇ ਵਿੱਚ ਆ ਗਈ, ਉਹ ਜਾਇਜ਼ ਹੈ ਖਾਣਾ? ਨਹੀਂ ਇਹ ਤਾਂ ਜਾਨ ਤਾਂ ਉਹਦੇ ਵਿੱਚ ਨਹੀਂ ਹੈ। दूध कटोर पे पानी नामे का ਉਹਦੇ ਚ ਦੇਖੋ ਉਹਦੇ ਚ ਸੋਨ ਕਟੋਰੀ ਅੰਮ੍ਰਿਤ ਭਰੀ ਉਹ ਅੰਮ੍ਰਿਤ ਕਹਿ ਰਹੇ ਹੋ। ਬੈਕਟੀਰੀਆ ਦੀ ਸ਼ਕਲ ਦਿਖਾ ਦਿਓ ਜੀ ਇੰਟਰਨੈਟ ਤੋਂ। ਮੈਂ ਨਹੀਂ ਜੀ ਇਹ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ। ਲਓ ਜੀ ਫਿਰ ਵੀ ਵਿਖਾ ਦਿੰਦੇ, ਕਹਿਣਗੇ ਕਿ ਸਾਡਾ ਮੈਨੂੰ ਕੋਈ ਇਤਰਾਜ਼ ਨਹੀਂ, ਖਾਣਾ ਵਿਖਾਓ ਨਹੀਂ ਨਾ ਮੈਨੂੰ ਇਹਦਾ ਕੋਈ ਗੱਲ ਨਹੀਂ। ਲਓ ਜੀ ਅਸੀਂ ਇਸ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ। ਅਸੀਂ ਤੇ ਮੈਂ ਉਸ ਤੁਕ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦਾ ਜੀ। ਛੋਟਾ ਜਿਹਾ ਸਵਾਲ ਸੀ। ਹਾਂਜੀ ਸਰਦਾਰ ਸਾਹਿਬ ਇੱਕ ਸਵਾਲ ਤੁਸੀਂ ਕਰਿਆ ਸੀ, ਮੈਂ ਉਹਨਾਂ ਦਾ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ। ਇੱਕ ਸੰਤ ਨੂੰ ਤੁਸੀਂ ਮੁੰਡਾ ਸ਼ਬਦ ਲਿਖਿਆ। ਹਾਂਜੀ ਤੁਹਾਡਾ ਲਿਖਿਆ ਮੁੰਡਾ। ਤੁਹਾਨੂੰ ਮੁੰਡੇ ਦੀ ਪਰਿਭਾਸ਼ਾ ਪਤਾ ਕੀ ਹੁੰਦੀ ਹੈ? ਇਹਨੂੰ ਅੰਮ੍ਰਿਤਧਾਰੀ ਸਿੰਘ ਨੂੰ ਮੁੰਡਾ ਨਹੀਂ ਕਹਿ ਸਕਦੇ ਤੁਸੀਂ। ਬਹੁਤ ਵੱਡੀ ਇਹਦੇ ਚ ਭਾਈ ਕਾਹਨ ਸਿੰਘ ਨਾਭਾ ਲਿਖਦੇ ਨੇ ਜਿਹਦਾ ਅੰਮ੍ਰਿਤ ਛਕਿਆ ਹੋਵੇ, ਜਿਹਦੇ ਕੇਸ ਰੱਖੇ ਹੋਣ, ਉਹਨੂੰ ਮੁੰਡਾ ਕਹਿਣਾ ਮਹਾ ਪਾਪ ਹੈ। ਔਰ ਜਿਹੜਾ ਅੰਮ੍ਰਿਤਧਾਰੀ ਹੈ ਕੇਸਾਧਾਰੀ ਹੈ ਉਹਨੂੰ ਮੁੰਡਾ ਹੁੰਦਾ ਜਿਹਦਾ ਮੁੰਡਨ ਕੀਤਾ ਹੋਵੇ। ਤੁਸੀਂ ਮੁੰਡਾ ਕਿਉਂ ਕਿਹਾ ਹੈ? ਮੁੰਡਾ ਬੱਚੇ ਨੂੰ ਕਿਹਾ ਜਾਂਦਾ ਜੀ। ਬਿਲਕੁਲ ਨਹੀਂ ਕਿਹਾ ਜਾਂਦਾ। ਆਲੇ ਮਹਾਨ ਪੁਰਸ਼ ਪੜੋ ਮੈਂ ਲਿਆਓ ਜਿਸ ਬੰਦੇ ਦੇ ਤੁਸੀਂ ਨਾ ਹੋਣ ਤੁਸੀਂ ਆਇਆ ਮੁੰਡਾ ਹੀ ਹੁੰਦਾ ਜੀ। ਆ ਲੋ ਮਹਾਨ ਕੋਸ਼ ਦੇ ਵਿੱਚ ਭਾਈ ਕਾਹਨ ਸਿੰਘ ਨਾਭੇ ਦੇ ਵਿਚਾਰ ਲਓ ਤੁਸੀਂ। ਆ ਦੇ ਵਿੱਚ ਕੱਢੀ ਇੱਥੇ ਜਿੱਥੇ ਮੁੰਡਾ ਸ਼ਬਦ ਹੈ ਇਹਨੂੰ ਪੜੋ ਵੀ ਮੁੰਡੇ ਸ਼ਬਦ ਦੀ ਪਰਿਭਾਸ਼ਾ ਕੀ ਹੈ। ਜਿਸ ਬੰਦੇ ਕਬੀਰ ਮਾਏ ਮੁੰਡੋ ਤਹਿ ਗੁਰੂ ਕੀ ਜਾਤੇ ਪਰਵ ਨਾ ਜਾਏ। ਉੱਥੇ ਕੀ ਹੈ? ਉੱਥੇ ਮੁੰਡਾ ਕਿਹਨੂੰ ਕਿਹਾ ਹੈ? ਉੱਥੇ ਮੁੰਡਨ ਤੋਂ ਹੈ। ਬਸ ਇਹ ਵੀ ਫਿਰ ਮਾਂ ਦੇ ਸਿਰ ਤੋਂ ਗੱਲ ਦੇਖੋ ਨਹੀਂ ਸਰਦਾਰ ਮੇਰਾ ਉਸ ਮਾਂ ਦਾ ਸਿਰ ਮੁੰਡਣ ਦੀ ਨਹੀਂ ਗੱਲ। ਮੇਰਾ ਉਸ ਜੇ ਤੁਸੀਂ ਐਸੀ ਗੱਲ ਕਰਨੀ ਉਸ ਸੰਤ ਦੀ ਮਾਂ ਦਾ ਸਿਰ ਕਿੱਦਾਂ ਮੁੰਨੋਗੇ ਜਿਹਦੀ ਮਾਂ ਪਹਿਲਾਂ ਮਰ ਚੁੱਕੀ ਹੈ? ਇਹ ਗਲਤ ਹੋ ਗਈ ਫਿਰ ਪੰਕਤੀ। ਕਿਸ ਤਰ੍ਹਾਂ? ਮਾਏ ਮੁੰਡੋ ਤੈ ਗੁਰੂ ਦੀ ਜੈ ਤੇ ਭਰਮ ਨਾ ਜਾਏ। ਮੈਂ ਫਰਜ਼ ਕੋ ਕੋਈ ਵੀ ਸੰਤ ਹੈ ਇਹ ਗੱਲ ਇਹ ਵੀ ਸੀ ਉਹਦੀ ਮਾਂ ਮਰ ਚੁੱਕੀ ਕੀ ਮਰ ਚੁੱਕੀ ਨਹੀਂ ਮੁੰਡਾ ਇਹ ਹੈ ਮਾਏ ਮੁੰਡੋ ਤੈ ਗੁਰੂ ਮਾਏ ਮੁੰਡੋ ਇਹ ਕਿਹਾ ਜਿਹਦੀ ਉਹਦੀ ਮਾਂ ਦਾ ਸਿਰ ਮੁੰਨਣ ਦੀ ਬਾਤ ਹੈ। ਪੂਰਵ ਦੇ ਵਿੱਚ ਇੱਕ ਰਿਵਾਜ ਹੈ ਜਿਹਦੀ ਜਿਹੜੀ ਵਿਧਵਾ ਹੋ ਗਈ ਹੋਵੇ ਉਹਦਾ ਸਿਰ ਮੁੰਨ ਦਿੰਦੇ ਸੀ। ਬਿਲਕੁਲ ਮਤਲਬ ਵੀ ਵਿਧਵਾ ਹੋ ਜਵੇ। ਆ ਪੜੋ ਤੁਸੀਂ ਮੁੰਡੇ ਦਾ ਅਰਥ। ਆ ਪੜੋ ਹਾਂਜੀ ਇਹ ਪੜੋ ਤੁਸੀਂ ਆ ਮੁੰਡਾ ਲਿਖਿਆ ਇਹਦਾ ਅਰਥ ਪੜੋ। ਹਾਂਜੀ ਮੁੰਡਾ ਜੀ ਮੁੰਡੇ ਦਾ ਜਦ ਹਿੰਦੁਸਤਾਨ ਵਿੱਚ ਬਾਲਕਾਂ ਦੇ ਕੇਸ ਮੁੰਨਣ ਲੱਗੇ ਪੱਦ ਤੋਂ ਮੁੰਡਾ ਸੰਗਿਆ ਹੋਈ ਸਿੰਘਾਂ ਦੇ ਬਾਲਕਾਂ ਨੂੰ ਮੁੰਡਾ ਕਹਿਣਾ ਭਾਰੀ ਅਪਮਾਨ ਸਮਝਿਆ ਜਾਂਦਾ ਹੈ। ਠੀਕ ਹੈ ਜੀ ਬਸ ਇੰਨੀ ਰੈਫਰੈਂਸ ਤੇ ਜਦੋਂ ਕਿਸੇ ਦੇ ਘਰ ਬੱਚਾ ਪੈਦਾ ਹੁੰਦਾ ਹੈ ਉਹ ਕਹਿੰਦਾ ਜੀ ਸਾਡੇ ਘਰ ਬੱਚਾ ਪੈਦਾ ਹੋਇਆ ਹੈ ਤੇ ਉਹਨੂੰ ਕਹਿੰਦੇ ਵੀ ਕੀ ਹੋਇਆ ਮੁੰਡਾ ਹੋਇਆ ਕਿ ਕੁੜੀ? ਬੇਟਾ ਕਹਿ ਸਕਦੇ ਬੇਟਾ ਕਹਿੰਦੇ ਸਾਰੇ ਪੰਜਾਬ ਦੇ ਬੰਦੇ ਸੁਣ ਰਹੇ ਆ ਮੈਨੂੰ ਕੋਈ ਦੱਸੇ ਉਹ ਕਹੇ ਜੀ ਸਾਡੇ ਘਰੇ ਬੇਟਾ ਹੋਇਆ। ਪੰਜਾਬੀ ਪਿੰਡੂ ਕੋਈ ਨਹੀਂ ਕਹਿੰਦਾ। ਬੇਟਾ ਕਹਿੰਦੇ ਬਹੁਤ ਨਹੀਂ ਜੀ ਕੋਈ ਨਹੀਂ ਬਾਬਾ ਜੀ ਤੁਸੀਂ ਜਿਹੜੇ ਗੁਰਮਤਿ ਤੋਂ ਜਾਣ ਬਾਬਾ ਜੀ ਇੱਕ ਤੁਸੀਂ ਗਿਆਨੀ ਹੋ, ਤੁਸੀਂ ਲੋਕਾਂ ਨੂੰ ਸਵਾਲਾਂ ਦੇ ਜਵਾਬ ਬਹੁਤ ਕਰਦੇ ਹੋ ਸੋ ਤੁਹਾਨੂੰ ਤੇ ਇਸ ਦਾ ਪਤਾ ਹੋਣਾ ਜੇ ਮੈਨੂੰ ਨਹੀਂ ਪਤਾ ਆਮ ਬੰਦਿਆਂ ਨੂੰ ਨਹੀਂ ਪਤਾ। ਇੱਕ ਮਿੰਟ ਜੀ ਸਰਦਾਰ ਜੀ ਜੇਕਰ ਜਿਹੜਾ ਗਿਆਨੀ ਵੀ ਆ ਉਹ ਵੀ ਗਲਤ ਬੋਲਦਾ ਤੇ ਫਿਰ ਉਹ ਗਿਆਨੀ ਕਾਹਦਾ ਜੀ? ਜੇਕਰ ਕਿਸੇ ਨੂੰ ਨਹੀਂ ਪਤਾ ਤੇ ਉਹ ਤੇ ਕਹਿ ਗਿਆ
ਲਿਆ ਨਾ ਜੀ ਮੁੰਡਾ, ਮੈਂ ਕਹਿੰਦਾ ਅੱਛਾ, ਮੈਂ ਵੀ ਇੱਕ ਇਹਦਾ ਮੈਂ ਸਵਾਲ ਭਾਈ ਸਾਹਿਬ ਜੀ ਨੂੰ ਉਹਦੀ ਗਲਤੀ ਹੈ ਜਿਹੜਾ ਇਹ ਕਰਨਾ। ਭਾਈ ਸਾਹਿਬ ਜੀ, ਕਰਨੀ ਚਾਹੀਦੀ। ਪਿਛਲੇ ਟਾਕ ਸ਼ੋ ਤੇ ਤੁਸੀਂ ਜਦੋਂ ਸਿੰਘ ਆਪਣਾ ਖੱਡੇ ਦੀ ਪਾਲ ਛਕ ਲੈਂਦੇ ਨੇ, ਚਾਹੇ ਉਹ ਸਿੰਘਣੀ ਹੈ ਤੇ ਚਾਹੇ ਸਿੰਘ ਹੈ, ਤੇ ਤੁਸੀਂ ਉਹਨੂੰ ਪਿਆਰੀ ਕਿਹਾ ਸੀ। ਤੇ ਪਿਆਰੀ ਕਿਸ ਤਰ੍ਹਾਂ? ਤੁਸੀਂ ਇਹ ਕਿਹਾ ਸੀ ਵੀ ਅਸੀਂ ਪਿਆਰੀਆਂ ਤੋਂ ਫਿਰ ਅੰਮ੍ਰਿਤ ਛਕਾਂਗੇ। ਜਦੋਂ ਮੈਂ ਵਿਚਾਰ ਕਰ ਰਿਹਾ ਸੀ ਵੀ ਜਿਹੜੇ ਔਰਤ ਆ ਉਹਨੂੰ ਪੰਜਾਂ ਪੈਰਾਂ 'ਚ ਲੱਗਣਾ ਮਨਾ ਹੈ। ਇੱਕ ਮਿੰਟ ਖਤਮ ਕਰ ਲੈਣ ਤੋਂ ਮੈਨੂੰ, ਇੱਕ ਮਿੰਟ ਖਤਮ। ਜਿੱਥੇ ਤੱਕ ਸਾਰੇ ਸਿੱਖ ਜਾਣਦੇ ਆ, ਸਾਰਾ ਸਿੱਖ ਜਗਤ ਜਾਣਦਾ ਵੀ ਜਦੋਂ ਖੰਡੇ ਦੀ ਪਾਲ ਛਕਾਈ ਜਾਂਦੀ ਹੈ ਤਾਂ ਖਾਲਸਾ ਪੈਦਾ ਹੁੰਦਾ। ਜਦੋਂ ਖਾਲਸਾ ਪੈਦਾ ਹੁੰਦਾ, ਖਾਲਸਾ ਚਾਹੇ ਔਰਤ ਹੋਵੇ ਉਹਨੂੰ ਖਾਲਸੀ ਨਹੀਂ ਕਿਹਾ ਜਾਂਦਾ, ਖਾਲਸਾ ਹੀ ਕਿਹਾ ਜਾਂਦਾ। ਇਸੇ ਤਰੀਕੇ ਜਿਹੜਾ ਸਿੰਘ ਆ ਉਹਨੂੰ ਵੀ ਖਾਲਸਾ ਕਿਹਾ ਜਾਂਦਾ। ਤੇ ਜਦੋਂ ਉਸ ਖਾਲਸੇ ਦੇ ਵਿੱਚੋਂ ਪੰਜ ਪਿਆਰਿਆਂ ਦੀ ਸਥਾਪਨਾ ਕੀਤੀ ਜਾਂਦੀ ਆ ਤਾਂ ਉਹਦੇ ਵਿੱਚ ਪੰਜ ਪਿਆਰੇ ਹੀ ਕਹੇ ਜਾਣਗੇ, ਉਹਦੇ ਵਿੱਚ ਪਿਆਰੀ ਨਹੀਂ ਇੱਕ ਕਹੀ ਚਲੋ ਪਿਆਰੀ ਨਹੀਂ, ਜਾਂ ਪੰਜ ਪਿਆਰੀਆਂ ਨਹੀਂ ਇੱਕ ਮਿੰਟ, ਪਿਆਰੀ ਨਹੀਂ ਤੁਸੀਂ ਲਫ਼ਜ਼ ਪਿਆਰੀ ਵਰਤੋ। ਤੁਸੀਂ ਇਹ ਪੰਜਾਂ ਪਿਆਰਿਆਂ 'ਚ ਤੁਹਾਡਾ ਮਤਲਬ ਹੈ ਵੀ ਬੀਬੀ ਲੱਗ ਸਕਦੀ ਹੈ, ਤੁਹਾਡਾ ਹਾਂਜੀ, ਮਤਲਬ ਬਿਲਕੁਲ ਨਹੀਂ ਹੈ ਲੱਗ ਨਾ? ਸਕਦੀ ਹੈ। ਅੱਛਾ ਜੀ, ਤੁਸੀਂ ਇਹ ਦੱਸੋ ਪੰਜਾਂ ਪਿਆਰਿਆਂ ਦੇ ਵਿੱਚ ਬੀਬੀ ਲੱਗਣ ਦੀ ਬਾਤ ਤਾਂ ਤੁਸੀਂ ਕਰਦੇ ਹੋ। ਹਾਂਜੀ, ਜਿਸ ਵੇਲੇ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਛਕਾਇਆ, ਤੁਹਾਨੂੰ ਦਿੱਤਾ ਪਦ ਸਿੰਘ ਦਾ, ਬੀਬੀਆਂ ਨੂੰ ਕੌਰ ਕਿਉਂ ਕਿਹਾ ਜਾਂਦਾ ਜੀ? ਕੀ ਫਰਕ ਹੈ? ਨਹੀਂ, ਇਹ ਗੁਰੂ ਸਾਹਿਬ ਨੂੰ ਇਹ ਸਵਾਲ ਫਰਕ ਕੀਤਾ ਜਾ ਹੈ। ਸਕਦਾ। ਸਿੰਘ ਮੈਂ ਉਹਨਾਂ ਦੀ ਭਾਵਨਾ ਨਹੀਂ ਦੱਸ ਸਕਦਾ। ਕੌਰ ਨਹੀਂ ਅੰਮ੍ਰਿਤ ਛਕਾਊਗਾ, ਸਿੰਘ ਛਕਾਉਣਗੇ। ਇਹ ਕਿਤੇ ਕੀ ਖਾਲਸਾ ਛਕਾਊਗਾ ਅੰਮ੍ਰਿਤ। ਤੁਹਾਡੀ ਆਪਣੀ ਨਹੀਂ, ਸਿੰਘ ਖਾਲਸਾ ਦੇਖੋ, ਉਹਦੀ ਰਿਕੁਆਇਰਮੈਂਟ ਖਾਲਸਾ ਆ। ਅੱਛਾ, ਕੌਰ ਰਿਕੁਆਇਰਮੈਂਟ ਨਹੀਂ ਹੈ। ਜਦੋਂ ਪੰਜ ਪਿਆਰੇ ਸਾਜੇ ਸੀ, ਪਿਆਰੀ ਵੀ ਹੈਗੀ ਸੀ ਕੋਈ ਨਾਲ ਉਹਨਾਂ ਦੇ ਵਿੱਚ? ਮੇਰਾ ਖਿਆਲ ਹੈ ਇਹਦੀ ਜ਼ਰੂਰਤ ਵੀ ਨਹੀਂ ਹੈ। ਕਿਉਂ? ਮੇਰਾ ਖਿਆਲ ਇਹਦੀ ਜ਼ਰੂਰਤ ਵੀ ਨਹੀਂ ਹੈ। ਜੇ ਜ਼ਰੂਰਤ ਨਹੀਂ ਤੇ ਹੁਣ ਕਾਹਦੇ ਲਈ ਜ਼ਰੂਰਤ ਪੈ ਰਹੀ ਹੈ ਜੀ? ਇੱਕ ਸਾਈਡ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੀਆਂ ਬੀਬੀਆਂ ਉਹ ਪੰਜਾਂ ਪੈਰਾਂ 'ਚ ਇਸ ਕਰਕੇ ਨਹੀਂ ਲੱਗ ਸਕਦੀਆਂ ਕਿਉਂਕਿ ਜਾਂ ਤਾਂ ਉਹ ਉੱਥੇ ਸ਼ਾਮਲ ਨਹੀਂ ਸੀ, ਜਾਂ ਕਿਉਂਕਿ ਉਹ ਪਿਆਰੀ ਅਸੀਂ ਨਹੀਂ, ਗੁਰੂ ਸਾਹਿਬ ਨੇ ਇਹਦਾ ਗੁਰੂ ਸਾਹਿਬ ਜੀ ਦੇ ਮਾਤਾ ਜੀ ਜੀ ਮੈਨੂੰ ਦੇ ਲੈਣ। ਮੈਂ ਕਹਿੰਦਾ ਸੀ ਵੀ ਚਲੋ ਟਾਈਮ ਜ਼ਿਆਦਾ ਹੋ ਗਿਆ, ਪਰ ਥੋੜਾ ਜਿਹਾ ਮਨਜੀਤ ਸਿੰਘ ਧੀਰ ਭਾਰ ਨਾਲ ਸੁਣ ਲਿਓ। ਹਾਂਜੀ, ਬਾਦਸ਼ਾਹ ਦੇ ਘਰ ਜਦੋਂ ਪੁੱਤ ਪੈਦਾ ਹੁੰਦਾ ਹੈ, ਪਹਿਲਾ ਉਹਨੂੰ ਕਹਿੰਦੇ ਟਿੱਕਾ ਜੀ। ਜਦੋਂ ਛੋਟਾ ਪੁੱਤ ਪੈਦਾ ਹੁੰਦਾ ਹੈ ਉਹਨੂੰ ਕਹਿੰਦੇ ਕੌਰ ਜੀ। ਰਾਜ ਗੱਦੀ ਦਾ ਹੱਕਦਾਰ ਕੌਣ ਹੁੰਦਾ ਉਹਨਾਂ 'ਚ? ਜਿਹੜਾ ਟਿੱਕਾ ਜੀ ਹੈ। ਮਹਾਰਾਜ ਨੇ ਧੀਆਂ ਪੁੱਤਰ ਨੂੰ ਇੱਕ ਸਾਰ ਰੱਖਿਆ ਗੁਰੂ ਪਿਆਰਿਓ। ਉਹਨਾਂ ਨੇ ਕਿਹਾ ਇਹ ਮੇਰਾ ਕੌਰ ਪੁੱਤਰ ਹੈ, ਪਰ ਗੱਦੀ ਦਾ ਮਾਲਕ ਅੰਮ੍ਰਿਤ ਛਕਾਉਣ ਦਾ ਮੇਰੀ ਗੁਰਤਾ ਗੱਦੀ ਦਾ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮਰਦਾਂ ਵਿੱਚੋਂ ਹੋਣਗੇ, ਕਿਉਂਕਿ ਮੇਰਾ ਇਹ ਟਿੱਕਾ ਪੁੱਤਰ ਹੈ। ਇਹਨਾਂ ਨੇ ਅੰਮ੍ਰਿਤ ਆ ਕੇ ਪਹਿਲਾਂ ਛਕਿਆ ਸਿਰ ਦੇ ਕੇ। ਜਿਹੜਾ ਛੋਟਾ ਪੁੱਤ ਬਾਅਦ ਦੇ ਵਿੱਚ ਬੀਬੀਆਂ ਨੇ ਅੰਮ੍ਰਿਤ ਛਕਿਆ, ਉਹਨਾਂ ਨੂੰ ਕੌਰ ਦਾ ਦਰਜਾ ਦਾ। ਝਗੜੇ ਦੀ ਕੋਈ ਏਡੀ ਖਾਸ ਨਹੀਂ, ਪਰ ਭਾਈ ਸਾਹਿਬ ਜੀ ਜਿਹੜੀ ਗੱਲ ਤੁਸੀਂ ਹੁਣ ਕੀਤੀ ਹੈ ਕਿਤੇ ਨਹੀਂ ਲਿਖੀ ਆਉਂਦੀ। ਪਰ ਇੱਕ ਚੀਜ਼ ਮੈਂ ਤੁਹਾਡੇ ਨਾਲ ਵਿਚਾਰ ਕਰਨੀ ਚਾਹੂੰਗਾ ਕਿ ਜਦੋਂ ਵੀ ਆਪਣਾ ਖੰਡੇ ਦੀ ਪਾਲ ਛਕਾਈ ਜਾਂਦੀ ਹੈ, ਜਾਤ ਪਾਤ ਸਾਰੀ ਖਤਮ ਹੋ ਜਾਂਦੀ ਹੈ। ਤੇ ਜੇ ਜਾਤ ਪਾਤ ਸਾਰੀ ਖਤਮ ਹੋ ਜਾਂਦੀ ਤਾਂ ਇਹ ਜਿਹੜਾ ਔਰਤ ਤੇ ਆਦਮੀ ਦਾ ਜਿਹੜਾ ਵਿਤਕਰਾ ਇਹ ਕਿਉਂ ਨਹੀਂ ਖਤਮ ਹੁੰਦਾ? ਫਿਰ ਕੀ ਬੰਦੇ ਦੇ ਵੀ ਬੱਚਾ ਪੈਦਾ ਹੋ ਸਕਦਾ ਜੀ? ਨਹੀਂ, ਇਹਦੇ 'ਚ ਬੱਚੇ ਪੈਦਾ ਹੋਣ ਦੀ ਤਾਂ ਗੱਲ ਹੀ ਕੋਈ ਨਹੀਂ, ਨਹੀਂ। ਵਿਤਕਰਾ ਹੀ ਖਤਮ ਹੋ ਗਿਆ, ਤੁਹਾਡੇ ਵੀ ਹੋਣਾ ਚਾਹੀਦਾ। ਨਹੀਂ, ਵਿਤਕਰਾ ਜਦੋਂ ਅਸੀਂ ਮਤਲਬ ਜੇ ਜਾਤ ਪਾਤ ਦਾ ਨਹੀਂ, ਵਿਤਕਰਾ ਖਤਮ ਹੋ ਗਿਆ, ਰੱਬ ਨੂੰ ਕਹੋ ਵੀ ਇੱਧਰ ਵੀ ਨਿਆਣੇ ਹੋਣ। ਨਹੀਂ, ਇਹ ਨਹੀਂ ਹੋ ਸਕਦਾ। ਫਿਰ ਨਹੀਂ ਹੋ ਸਕਦਾ। ਪਰ ਇਹ ਕੁਦਰਤ ਦਾ ਨਿਯਮ ਹੈ। ਫਿਰ ਇਹ ਵੀ ਦੇਖੋ, ਮਾਤਾ ਗੁਜਰ ਕੌਰ ਸੀ, ਮਾਤਾ ਭਾਈ ਸਾਹਿਬ ਜੀ, ਉਹ ਕਿਉਂ ਨਹੀਂ ਲੱਗੀਆਂ? ਨਹੀਂ ਭਾਈ ਸਾਹਿਬ ਜੀ, ਕੁਦਰਤ ਦਾ ਗੁਰੂ ਨਿਯਮ ਸਾਹਿਬ ਦੇ ਵੇਲੇ 104 ਸਾਲ ਤੱਕ ਹਰਮੰਦਰ ਸਾਹਿਬ 'ਚ ਕਿਉਂ ਨਹੀਂ ਲੱਗੀਆਂ? ਕੀ ਇਹ ਗੁਰੂ ਵੀ ਗਲਤੀ ਕਰਦੇ ਰਹੇ ਤੁਹਾਡੇ ਮੁਤਾਬਕ? ਦੱਸਣਾ ਚਾਹੋਗੇ ਤੁਸੀਂ? ਇਹ ਗੁਰਪਲਾਸ ਦੀ ਦੇਣ ਹੈ ਮਾਤਾ ਭਾਨੀ ਜੀ ਸੀ, ਮਾਤਾ ਗੁਜਰ ਕੌਰ, ਕਿੰਨੀਆਂ ਬੀਬੀਆਂ ਹੋਈਆਂ, ਉਹ ਸਾਰੀਆਂ ਕਿਉਂ ਬਾਂਝੀਆਂ ਰੱਖੀਆਂ ਗਈਆਂ? ਕੀ ਬਾਂਝੀਆਂ ਰੱਖੀਆਂ ਗਈਆਂ? ਨਹੀਂ, ਇਹ ਅਸੂਲ ਸੀ, ਇਹ ਮਰਿਆਦਾ ਸੀ। ਸਰਦਾਰ ਮਨਜੀਤ ਸਿੰਘ ਜੀ, ਕਿਤੇ ਤਾਂ ਹੋਊਗਾ ਨਾ। ਮੇਰੀ ਗੱਲ ਸੁਣੋ ਸਰਦਾਰ ਮਨਜੀਤ ਸਿੰਘ ਜੀ, ਹਰ ਕੋਈ ਕੰਮ ਰੀਤੀ ਰਿਵਾਜ ਮੁਤਾਬਕ ਚੱਲ ਰਿਹਾ। ਜੇਕਰ ਫੌਜੀ ਨੇ ਯੂਨੀਫਾਰਮ ਪਾਉਣੀ ਹੈ ਤੇ ਉਹਨੇ ਯੂਨੀਫਾਰਮ ਹੀ ਪਾਉਣੀ ਹੈ ਜੀ। ਉਹ ਉਨੀ ਦੇਰ ਤੱਕ ਫੌਜੀ ਨਹੀਂ ਆਖਿਆ ਜਾਂਦਾ ਜਿੰਨੀ ਦੇਰ ਤੱਕ ਉਹ ਸੂਟ ਬੂਟ ਪਾ ਕੇ ਆਪਣੇ ਸਾਹਮਣੇ ਨਹੀਂ ਆਉਂਦਾ। ਨਰਿੰਦਰ ਸਿੰਘ ਜੀ, ਜਿਹੜੀਆਂ ਗੱਲਾਂ ਸਾਡੇ ਵਿੱਚ ਹੋ ਰਹੀਆਂ, ਜਿਹੜੀਆਂ ਗੱਲਾਂ ਸਾਡੇ 'ਚ ਹੋ ਰਹੀਆਂ, ਮੈਂ ਭਾਈ ਸਾਹਿਬ ਜੀ ਨੂੰ ਉਦੋਂ ਸਵਾਲ ਪੁੱਛਿਆ ਸੀ ਕਿ ਸਾਡੇ 'ਚ ਨਿਘਾਰ ਆਉਣ ਦਾ ਕੀ ਕਾਰਨ ਹੈ? ਇਹ ਹੋਈ ਹੈ ਆਪਣੇ ਬਹੁਤ ਸਾਰੇ ਅਸੀਂ ਕਿਉਂਕਿ ਅਸੀਂ ਇੱਕ ਦੇਖੋ, ਅਸੀਂ ਇੱਕ ਥਾਂ ਤੇ ਇਕੱਠੇ ਨਹੀਂ ਹੋ ਸਕਦੇ ਕਿਉਂਕਿ ਸਿਧਾਂਤਕ ਜਿਹੜੀ ਹੈ ਸਾਡੀ ਵਿਚਾਰ ਡਿਫਰੈਂਟ। ਸਰਦਾਰ ਮਨਜੀਤ ਸਿੰਘ ਜੀ, ਇਹੋ ਹੀ ਪ੍ਰੋਬਲਮ ਆ ਕਿ ਆਪਾਂ ਆਪਣੀ ਮਰਜ਼ੀ ਦੇ ਨਾਲ ਹੀ ਸਵਾਲ ਰੇਜ਼ ਕਰੀ ਜਾ ਰਹੇ, ਆਪਣੀ ਮਤ ਦੇ ਮੁਤਾਬਕ ਹੀ। ਸਾਡਾ ਪ੍ਰਚਾਰ ਵੀ ਗੁਰੂ ਦੇ ਆਸ਼ੇ ਦੇ ਅਨੁਕੂਲ ਨਹੀਂ ਹੋਣਾ। ਨਹੀਂ ਜੀ ਸਰਦਾਰ ਮਨਜੀਤ ਸਿੰਘ ਜੀ, ਅਸੀਂ ਕਿਸੇ ਦੀ ਗਲਤੀ ਕਿਉਂ ਕਹੀਏ ਕਿ ਉਹਨਾਂ ਦੀ ਗਲਤੀ ਕਰਕੇ ਮੈਂ ਗਲਤ, ਆਪਣੀ ਗਲਤੀ ਕਰਕੇ ਆਪ ਗਲਤ। ਮੈਂ ਕਿਹਾ ਸਾਡਾ ਪ੍ਰਚਾਰ, ਮੈਂ ਕਿਸੇ ਨੂੰ ਨਹੀਂ ਕਿਹਾ। ਅਸੀਂ ਮੈਂ ਤੁਹਾਡਾ ਜਾਗਰੀ ਕੋਈ ਜ਼ਰੂਰਤ ਨਹੀਂ ਜੀ, ਅਸੀਂ ਆਪ ਗਲਤ ਹਾਂ। ਆਪਾਂ ਤੁਹਾਡਾ ਲਫ਼ਜ਼ ਨਹੀਂ ਵਰਤਦੇ, ਸਾਡਾ ਪ੍ਰਚਾਰ। ਤੁਹਾਡੀ ਗੱਲ ਦੇ ਨਾਲ ਸੰਬੰਧਿਤ ਇੱਕ ਸਵਾਲ ਸਾਹਿਬ ਨੂੰ ਪੁੱਛਣੀ ਚਾਹੀਏ। ਇਹਨਾਂ ਨੇ ਕਿਹਾ ਸੀ ਕਿ ਰੰਧਾਵੇ ਵਾਲੇ ਗੁਰਮਤਿ ਦਾ ਪ੍ਰਚਾਰ ਕਰਦੇ ਹਨ। ਤੁਹਾਡਾ ਸਵਾਲ ਸੀ ਜੀ? ਜੀ। ਹੁਣ ਇਹਦਾ ਉੱਤਰ ਦੇਣ ਵਾਸਤੇ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ, ਪੰਜਾਂ ਤਖਤਾਂ ਚੋਂ ਕਿ ਤਖਤ ਚੁਣੋ, ਉੱਥੇ ਚੱਲ ਕੇ ਤੁਸੀਂ ਸਬੂਤ ਦਿਓ ਵੀ ਮੈਂ ਗੁਰਮਤਿ ਤੋਂ ਉਲਟ ਕੀ ਕਿਹਾ, ਤੇ ਮੈਂ ਵੀ ਉੱਥੇ ਪੇਸ਼ ਹੋ, ਤੁਸੀਂ ਵੀ ਹੋ। ਫੈਸਲਾ ਕੋਈ ਵੀ ਸਿੰਘ ਸਾਹਿਬ ਪੰਜਾਂ ਦੇ ਵਿੱਚ ਕਰੋ, ਜਾਂ ਪੰਜਾਂ ਦੇ ਪੇਸ਼ ਹੋ ਜਾਂਦੇ ਆ, ਜਾਂ ਇੱਕ ਤਖਤ ਚੁਣ ਲਓ, ਜਿਹੜਾ ਵੀ ਮਰਜ਼ੀ। ਮੈਂ ਉੱਥੇ ਚੱਲੂੰਗਾ ਤੇ ਤੁਸੀਂ ਚੱਲ ਕੇ ਉੱਤਰ ਦਿਓ ਉੱਥੇ ਵੀ ਮੈਂ ਗੁਰਮਤਿ ਤੋਂ ਉਲਟ ਕੀ ਕਿਹਾ। ਵੀ ਸ਼ਬਦ ਨਾਲ ਤੋੜਦੇ ਹੋਣ, ਸ਼ਬਦ ਨਾਲ ਤੋੜਦਾ ਹੋਵਾਂ, ਕਿਤੇ ਪਖੰਡ ਕਰਦਾ ਹੋਵਾਂ ਮੇਰੇ ਜੀਵਨ 'ਚ, ਉਹ ਤੁਸੀਂ ਮੈਨੂੰ ਗੱਲ ਕਿਤੇ ਵੀ ਤਖਤ ਤੇ ਚੱਲ ਕੇ ਦਿਓ, ਮੈਂ ਵੀ ਉੱਥੇ ਜਾਊਂਗਾ ਤੇ ਤੁਸੀਂ ਵੀ ਨਿਰਸੰਦੇਹ ਆ ਜਾਓ ਤਖਤ ਸਾਂਝਾ ਸਕਣ। ਲਓ ਜੀ, ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਕਾਫੀ ਗੱਲਾਂ ਬਾਤਾਂ ਤੁਸੀਂ ਸੁਣੀਆਂ ਹੋਣਗੀਆਂ। ਇਹਨਾਂ ਤੋਂ ਤੁਸੀਂ
ਬਹੁਤ ਸਾਰੇ ਮੈਂ ਤੇ ਇਹ ਵੀ ਕਹੂੰਗਾ ਸਗੋਂ ਵਿਲਕਦੇ ਹੋਣਗੇ ਕਿ ਇਹ ਕੀ ਕਰ ਰਹੇ ਹਨ, ਲੇਕਿਨ ਕੀ ਕਰ ਸਕਦੇ ਆ ਜੀ। ਜੇਕਰ ਆਪਾਂ ਕੁਝ ਹੱਕ ਰੱਖਦੇ ਆ ਤੇ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਜੋ ਮਰਜ਼ੀ ਅਸੀਂ ਲਿਖੀ ਜਾਈਏ ਕਰੀ ਜਾਈਏ, ਕੁਝ ਸਿਧਾਂਤਾਂ ਦੀ ਆਪਾਂ ਨੂੰ ਜਾਣਕਾਰੀ ਨਾ ਹੋਵੇ ਤੇ ਅਸੀਂ ਗੁਰੂ ਦੇ ਬਰਾਬਰ ਖੜੇ ਹੋ ਕੇ ਸਵਾਲਾਂ ਦੇ ਸਵਾਲ ਕਰਨ ਲੱਗ ਪਈਏ। ਸਾਡੀ ਜਿੰਨੀ ਕੁ ਮੱਤ ਹੈ, ਸਾਡੀ ਮੱਤ ਬਹੁਤ ਥੋੜੀ ਹੈ, ਉਸ ਮੱਤ ਦੇ ਵਿੱਚ ਹੀ ਰਹਿਣਾ ਚਾਹੀਦਾ। ਜੇ ਆਪਾਂ ਦੇਵਾਂਗੇ ਤੇ ਗੁਰੂ ਸਾਨੂੰ ਮੱਤ ਜ਼ਰੂਰ ਦਊਗਾ, ਲੇਕਿਨ ਅਸੀਂ ਆਪਾਂ ਨਹੀਂ ਦੇ ਰਹੇ, ਅਸੀਂ ਤੇ ਉਹਦੇ ਬਰਾਬਰ ਖੜੇ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ। ਲਓ ਜੀ, ਇਸ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਦਿਲ ਬਹੁਤ ਸਾਰਿਆਂ ਦੇ ਦੁਖੀ ਹੋਏ ਹੋਣਗੇ, ਸੋ ਮਾਫੀ ਮੰਗ ਸਕਦੇ ਹਾਂ ਜੀ। ਇਸ ਤੋਂ ਬਾਅਦ ਰੌਲਾ ਰੱਪਾ ਹੀ ਹੈ ਜੀ। ਚੰਗਾ ਜੀ, ਸਤਿ ਸ੍ਰੀ ਅਕਾਲ।